बोले सोने हाल सत श्री अकाल। परम सन्मानयोग गुरु ਦਾ ਖਾਸ ਰੂਪ ਸਾਧ ਸੰਗਤ ਜੀਓ, ਅੱਜ ਆਪਾਂ ਜੁਗੋ ਜੁਗ ਅਟਲ ਪ੍ਰਗਟ ਗੁਰਾਂ ਕੀ ਦੇਹ ਸ਼ਬਦਾ ਅਵਤਾਰ ਗੁਰਗੱਦੀ ਤੇ ਬਿਰਾਜਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅਕਾਲ ਚੈਨਲ ਦੇ ਸਟੂਡੀਓ ਦੇ ਵਿੱਚ, ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹ ਦੀਵਾਨ ਸੱਜ ਰਿਹਾ ਹੈ। ਅਤੇ ਇਹ ਸਾਰੀਆਂ ਸੰਗਤਾਂ ਦਾ ਉਪਰਾਲਾ ਯੂਕੇ ਦੀਆਂ ਸੰਗਤਾਂ ਅਤੇ ਯੂਰਪ ਦੀਆਂ ਸੰਗਤਾਂ ਮਿਲ ਕਰਕੇ ਕਰ ਰਹੀਆਂ ਹਨ। ਉਸ ਮਹਾਨ ਸ਼ਖਸੀਅਤ ਬ੍ਰਹਮ ਗਿਆਨੀ ਸੰਤ ਸਿਪਾਹੀ ਧੰਨ ਧੰਨ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਤਿੰਨਾਂ ਦੀ ਸਾਲਾਨਾ ਯਾਦ ਮਨਾਉਂਦੇ ਹੋਏ ਅੱਜ ਦਾ ਇਹ ਵਿਸ਼ੇਸ਼ ਗੁਰਮਤਿ ਸਮਾਗਮ ਉਲੀਕਿਆ ਗਿਆ। ਅਤੇ ਸਭ ਤੋਂ ਪਹਿਲਾਂ ਸੰਗਤਾਂ ਜਿੱਥੇ ਜਿੱਥੇ ਵੀ ਅਕਾਲ ਚੈਨਲ ਵੇਖ ਰਹੀਆਂ ਨੇ, ਸੁਣ ਰਹੀਆਂ ਨੇ, ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ, ਕਈ ਵਾਰੀ ਜਦੋਂ ਅਸੀਂ ਕਿਸੇ ਮਹਾਂਪੁਰਖ ਦੀ, ਕਿਸੇ ਸੰਤ ਦੀ ਗੱਲ ਕਰਦੇ ਹਾਂ ਨਾ ਜੀ, ਅਤੇ ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹੀ ਵੀ ਕੋਈ ਗੱਲ ਕਰਨੀ ਹੈ। ਕਈ ਵਾਰੀ ਕਈ ਬੁਲਾਰੇ ਜਦੋਂ ਬੋਲਣ ਲੱਗਣਗੇ ਸਾਡੇ ਬਾਬਾ ਜੀ, ਸਾਡੇ ਮਹਾਂਪੁਰਖ, ਸਾਡੇ ਸੰਤ, ਉਹਨਾਂ ਨੂੰ ਭੁੱਲ ਜਾਂਦਾ ਕਿ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਹੈ। ਇਸ ਲਈ ਗੁਰੂ ਨੂੰ ਇੱਕ ਨੰਬਰ 'ਤੇ ਰੱਖਣਾ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਲੱਗ ਜਾਣੀ ਹੈ। ਬਾਬਾ ਪ੍ਰੇਮ ਸਿੰਘ ਜੀ ਨੂੰ ਇਹ ਸ਼ਰਧਾਂਜਲੀ ਕੀ ਹੈ ਜੀ? ਬਾਬਾ ਪ੍ਰੇਮ ਸਿੰਘ ਜੀ ਦੀ ਯਾਦ ਮਨਾਈ ਕੀ ਹੈ? ਪਹਿਲਾਂ ਗੁਰੂ ਦਾ ਸ਼ੁਕਰਾਨਾ ਕਰੀਏ, ਗੁਰੂ ਦੇ ਚਰਨਾਂ ਨਾਲ ਜੁੜੀਏ। ਪਹਿਲੀ ਫਤਿਹ ਬੁਲਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ। ਸਾਰੇ ਧਿਆਨ ਧਰੋ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬਾਕੀ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ, ਯੂਕੇ ਦੀਆਂ, ਯੂਰਪ ਦੀਆਂ ਸੰਗਤਾਂ ਨੂੰ, ਕੈਨੇਡਾ ਅਮਰੀਕਾ ਦੀਆਂ ਸੰਗਤਾਂ ਨੂੰ। ਵਰਲਡ ਭਰ ਵਿੱਚ ਇਹ ਪ੍ਰੋਗਰਾਮ ਦੇਖਿਆ ਜਾ ਰਿਹਾ ਜੀ, ਫੇਸਬੁੱਕ 'ਤੇ ਵੀ ਚੱਲ ਰਿਹਾ, ਯੂਟਿਊਬ 'ਤੇ ਵੀ ਚੱਲ ਰਿਹਾ। ਇੱਕ ਛੋਟਾ ਜਿਹਾ ਪ੍ਰੋਗਰਾਮ ਨਹੀਂ। ਅਤੇ ਹੁਣ ਦੂਸਰੀ ਫਤਿਹ ਆਪਾਂ ਬੁਲਾਣੀ ਹੈ, ਜੋ ਗੁਰਬਾਣੀ ਦੇ ਬਚਨ ਨੇ, ਬਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਇਹ ਸਿਆਣੇ ਧੀਆਂ ਪੁੱਤਰਾਂ ਦੀ ਨਿਸ਼ਾਨੀ ਹੈ। ਕਿਹੜੀ ਹੈ? ਲੋਕਡਾਊਨ ਲੱਗਾ ਸਾਰੇ ਸੰਸਾਰ ਦੇ ਵਿੱਚ, ਪਰ ਸੰਤ ਬਾਬਾ ਪ੍ਰੇਮ ਸਿੰਘ ਜੀ ਦੀਆਂ ਆਕਾਸ਼ ਦੇ ਵਿੱਚ ਵੀ ਗੂੰਜਾਂ ਪੈ ਰਹੀਆਂ ਨੇ। ਅੱਜ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਅਤੇ ਬਾਬਾ ਪ੍ਰੇਮ ਸਿੰਘ ਜੀ ਨੂੰ, ਜਿਨ੍ਹਾਂ ਨੇ ਸਾਡਾ ਬੂਟਾ ਲਾਇਆ, ਸਾਡੇ ਇਲਾਕੇ 'ਤੇ ਪਰਉਪਕਾਰ ਕੀਤੇ, ਸਾਧ ਸੰਗਤ ਜੀ, ਉਹ ਸਮੁੱਚੀ ਸਿੱਖ ਕੌਮ ਦੇ ਸੰਤ ਸਨ। ਉਹ ਸਮੁੱਚੇ ਸਿੱਖ ਜਗਤ ਦੇ ਸੰਤ ਸਨ। ਕੋਈ ਉਹ ਬੇਗੋਵਾਲ ਦੇ ਇਲਾਕੇ ਦੇ ਨਹੀਂ ਸਨ, ਕੇਵਲ ਦੁਆਬੇ ਦੇ ਸੰਤ ਨਹੀਂ ਸਨ, ਕੇਵਲ ਮਾਝੇ ਤੇ ਮਾਲਵੇ ਦੇ ਨਹੀਂ ਸਨ। ਇਹ ਮਤਾ ਭੁੱਲ ਜਾਇਓ ਕਿ ਬੇਗੋਵਾਲ ਵਾਲੇ ਹੀ ਬਰਸੀ ਮਨਾਉਂਦੇ ਨੇ, ਇਹ ਮਤਾ ਭੁੱਲ ਜਾਇਓ ਕਿ ਪੰਜਾਬ ਵਾਲੇ ਹੀ ਬਰਸੀ ਮਨਾਉਂਦੇ ਨੇ। ਨਹੀਂ, ਸਾਡੀ ਬੜੀ ਵੱਡੀ ਭੁੱਲ ਹੋਵੇਗੀ ਉਹਨਾਂ ਦੀ ਬਰਸੀ ਤਾਂ। ਅਤੇ ਖਿਆਲ ਕਰਿਓ, ਜੇ ਕੋਈ ਕੰਟਰੀ ਰਹਿ ਗਿਆ ਨਾ, ਉੱਥੇ ਵੀ ਮਨਾਈ ਜਾਣੀ ਹੈ। ਜੇ ਕੋਈ ਵਰਲਡ ਦਾ ਕੰਟਰੀ ਰਹਿ ਗਿਆ ਨਾ, ਉੱਥੇ ਵੀ ਮਹਾਂਪੁਰਖਾਂ ਦੀ ਬਰਸੀ ਮਨਾਈ ਜਾਣੀ ਹੈ। ਅਤੇ ਆਹ ਦੂਸਰੀ ਫਤਿਹ ਆਪਾਂ ਬੁਲਾਉਣ ਲੱਗੇ ਹਾਂ ਬਾਬਾ ਪ੍ਰੇਮ ਸਿੰਘ ਜੀ ਨੂੰ। ਸਾਰੇ ਕਿਰਪਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੀਰ ਪਰਮਜੀਤ ਸਿੰਘ ਜੀ ਕਰਮੋਨਾ ਨੇ ਹੁਣੇ ਇੱਕ ਬੜੀ ਵੱਡੀ ਮਹਾਨ ਸ਼ਖਸੀਅਤ ਦਾ ਨਾਲ ਜ਼ਿਕਰ ਕੀਤਾ, ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ। ਹੁਣੇ ਅਨਾਉਂਸ ਕੀਤਾ ਨਾ ਜੀ। ਅਤੇ ਉਹ ਕਿਹੜੇ ਮਹਾਂਪੁਰਖ ਨੇ?
ਜਿਨ੍ਹਾਂ ਦਾ ਜਨਮ 1984 ਤੋਂ ਬਾਅਦ ਵਿੱਚ ਵੀ ਹੋਇਆ ਨਾ, ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਵਿੱਚ ਵੀ, ਜਿਨ੍ਹਾਂ ਬੱਚਿਆਂ ਦਾ 1984 ਤੋਂ ਬਾਅਦ ਵਿੱਚ ਵੀ ਜਨਮ ਹੋਇਆ ਨਾ ਜੀ, ਉਹਨਾਂ ਦੇ ਵੀ ਦਿਲਾਂ ਦੀ ਧੜਕਣ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ। ਅੱਜ ਉਹਨਾਂ ਦੀ ਫੋਟੋ ਲੱਗੀ ਹੁੰਦੀ ਹੈ, ਤਸਵੀਰ ਲੱਗੀ ਹੁੰਦੀ ਹੈ, ਨੌਜਵਾਨਾਂ ਨੇ ਟੀ-ਸ਼ਰਟਾਂ ਪਾਈਆਂ। ਅੱਜ ਵਿਦੇਸ਼ ਦਾ ਕਿਹੜਾ ਗੁਰਦੁਆਰਾ ਹੈ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਫੋਟੋ ਨਹੀਂ ਲੱਗੀ ਹੋਈ, ਤਸਵੀਰ ਨਹੀਂ ਲੱਗੀ ਹੋਈ? ਇੱਡੀ ਵੱਡੀ ਮਹਾਨ ਸ਼ਖਸੀਅਤ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਆਪ ਜਦੋਂ ਬੇਗੋਵਾਲ ਦੇ ਵਿੱਚ ਆਏ ਨਾ ਜੀ, ਲੁਧਿਆਣੇ ਦੀ ਜੇਲ੍ਹ ਤੋਂ ਰਿਹਾ ਹੋ ਕੇ ਬੇਗੋਵਾਲ ਵਿੱਚ ਜਦੋਂ ਉਸ ਸਥਾਨ 'ਤੇ ਆਏ ਜਿੱਥੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦਾ ਡੇਰਾ ਅਸਥਾਨ ਹੈ, ਤੇ ਆਪਣੀ ਜ਼ਬਾਨ ਤੋਂ ਉਹਨਾਂ ਨੇ ਇੱਡੀ ਵੱਡੀ ਸਿਫਤ ਕੀਤੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ, ਮੁਰਾਲੇ ਵਾਲਿਆਂ ਦੀ, ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਇੱਡੀ ਵੱਡੀ ਸ਼ਖਸੀਅਤ ਸਨ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ। ਪਰ ਅਸੀਂ ਜੋੜ ਕੇ ਰੱਖ ਦਿੱਤਾ ਇੱਕ ਬਰਾਦਰੀ ਦੇ ਨਾਲ। ਪਿਓ ਲੁਬਾਣਿਆਂ ਦੇ ਸੰਤ ਸਨ। ਓਏ ਭੋਲਿਓ, ਉਹਨਾਂ ਨੇ ਜਿਹੜਾ ਜ਼ਿੰਦਗੀ ਭਰ ਅੰਮ੍ਰਿਤ ਸੰਚਾਰ ਕੀਤਾ, ਲੁਬਾਣਿਆਂ ਨੂੰ ਅੰਮ੍ਰਿਤ ਛਕਾਇਆ। ਅੰਮ੍ਰਿਤ ਲੁਬਾਣਿਆਂ ਦਾ, ਅੰਮ੍ਰਿਤ ਸੰਤ ਬਾਬਾ ਪ੍ਰੇਮ ਸਿੰਘ ਦਾ, ਅੰਮ੍ਰਿਤ ਤੇ ਕਲਗੀਧਰ ਪਾਤਸ਼ਾਹ ਜੀ ਦਾ। ਕੱਲਿਆਂ ਲੁਬਾਣਿਆਂ ਨੂੰ ਅੰਮ੍ਰਿਤ ਨਹੀਂ ਛਕਾਇਆ। ਇਹ ਵੱਖਰੀ ਗੱਲ ਹੈ ਕਿ ਜਿੱਥੇ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਜਨਮ ਹੋਇਆ, ਉਸ ਏਰੀਏ ਦੇ ਵਿੱਚ ਜ਼ਿਆਦਾ ਲੁਬਾਣਾ ਬਰਾਦਰੀ ਵਸੀ ਹੋਈ ਸੀ, ਅਤੇ ਉਹਨਾਂ ਵਿੱਚ ਜ਼ਿਆਦਾ ਹਰਮਨ ਪਿਆਰੇ ਹੋ ਗਏ। ਅਤੇ ਸਾਧ ਸੰਗਤ ਜੀ, ਉਹਨਾਂ ਮਹਾਂਪੁਰਖਾਂ ਦੀ ਅੱਜ ਆਪਾਂ ਗੱਲ ਕਰਨੀ ਹੈ। ਅਤੇ ਉਹਨਾਂ ਹੀ ਮਹਾਂਪੁਰਖਾਂ ਦੇ ਵਿੱਚੋਂ ਆ ਜਿਹੜੀ ਟਕਸਾਲ ਦਾ ਜ਼ਿਕਰ ਕੀਤਾ ਨਾ ਵੀਰ ਜੀ ਹੋਰਾਂ ਨੇ, ਇੱਕ ਦਮਦਮੀ ਟਕਸਾਲ ਤੇ ਇੱਕ ਭਾਈ ਮਨੀ ਸਿੰਘ ਵਾਲੀ ਟਕਸਾਲ, ਦੋ ਟਕਸਾਲਾਂ ਦਾ ਜ਼ਿਕਰ ਮਿਲਦਾ ਸਿੱਖ ਜਗਤ ਦੇ ਵਿੱਚ। ਇੱਕ ਦਮਦਮੀ ਟਕਸਾਲ ਬਾਬਾ ਦੀਪ ਸਿੰਘ ਵਾਲੀ ਤੇ ਦੂਸਰੀ ਭਾਈ ਮਨੀ ਸਿੰਘ ਵਾਲੀ ਟਕਸਾਲ, ਦੋ ਟਕਸਾਲਾਂ ਦਾ। ਤੇ ਇਸੇ ਟਕਸਾਲ ਦੇ ਜਿਹੜੇ 12ਵੇਂ ਮੁਖੀ ਹੋਏ ਨਾ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖ, ਉਹਨਾਂ ਨੇ ਇੱਕ ਗ੍ਰੰਥ ਸ੍ਰੀ ਗੁਰਮੁਖ ਪ੍ਰਕਾਸ਼, ਉਹਦੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਬਾਰੇ ਕੁਝ ਸਤਰਾਂ ਲਿਖੀਆਂ ਨੇ। ਇੱਕ ਕਵਿਤ ਲਿਖਿਆ, ਤੇ ਆਪ ਜੀ ਉਹ ਕਵਿਤ ਪੜ੍ਹ ਕੇ ਹੈਰਾਨ ਹੋਵੋਗੇ ਵੀ ਇੱਡੀ ਵੱਡੀ ਸ਼ਖਸੀਅਤ ਸਨ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ ਲਿਖ ਰਹੇ ਨੇ ਉਸ ਗ੍ਰੰਥ ਦੇ ਵਿੱਚ, ਸ੍ਰੀ ਗੁਰਮੁਖ ਪ੍ਰਕਾਸ਼ ਦੇ ਵਿੱਚ, ਕਿ ਸੰਤ ਪ੍ਰੇਮ ਸਿੰਘ ਜੀ ਤਬ ਆਏ ਬਾਲ ਬੈਸਮੈ। ਪਹਿਲਾਂ ਤਾਂ ਜ਼ਿਕਰ ਕੀਤਾ ਵੀ ਕਦੋਂ ਆਏ ਨੇ ਮੁਰਾਲੇ ਦੇ ਵਿੱਚ। ਸੰਤ ਪ੍ਰੇਮ ਸਿੰਘ ਜੀ ਤਬ ਆਏ ਬਾਲ ਬੈਸਮੈ, ਅੱਗੇ ਸੁਭਾ ਗੁਰਬਾਣੀ ਸੋ ਪਰਤ ਮਨ ਨੀਵ ਕਹਿ। ਇੱਕ ਤੇ ਗੁਰਬਾਣੀ ਜਿੱਥੇ ਪ੍ਰੇਮ ਨਾਲ ਪੜ੍ਹਦੇ ਸਨ ਨਾ ਜੀ, ਉੱਥੇ ਲਿਖਦੇ ਨੇ ਵੀ ਬੜੀ ਨਿਮਰਤਾ ਦੇ ਨਾਲ, ਬੜੀ ਨਿਮਰਤਾ ਦੇ ਵਿੱਚ ਜੀਵਨ ਉਹਨਾਂ ਦਾ ਸੀ। ਕੋਹੜੀ ਪਿੰਡ ਲੋਬਾਣੇ ਸੋ ਕੋਮਾ, ਪ੍ਰੇਮ ਸਿੰਘ ਅਤ ਸਹਿ ਸੋ ਸੋਮਾ। ਇਹ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ ਦੇ ਬਚਨ ਨੇ। ਕੋਹੜੀ ਪਿੰਡ ਲੋਬਾਣੇ ਸੋ ਕੋਮਾ, ਪ੍ਰੇਮ ਸਿੰਘ ਅਤ ਸਹਿ ਸੋ ਸੋਮਾ, ਤਾਕੋ ਮਰਾਲੇ ਵਿਖੇ ਮਹੰਤੀ ਦੀਨੀ, ਤੇਜ ਪ੍ਰਤਾਪ ਸਿਉ ਤਬ ਤਿਨ ਲੀਨੀ। ਆ ਦੇਖੋ ਜ਼ਿਕਰ ਆ ਗਿਆ, ਤਾਕੋ ਮਰਾਲੇ ਵਿਖੇ ਮਹੰਤੀ ਦੀਨੀ, ਤੇਜ ਪ੍ਰਤਾਪ ਸਿਉ ਤਬ ਤਿਨ ਲੀਨੀ। ਇਹ ਗਿਆਨੀ ਗੁਰਬਚਨ ਸਿੰਘ ਜੀ ਦੇ ਬਚਨ। ਕਹਿੰਦੇ ਪਏ ਉਹਨਾਂ ਨੂੰ ਮੁਰਾਲੇ ਡੇਰੇ ਦੀ ਜਿਹੜੀ ਸੇਵਾ ਹੈ ਉਹ ਮਿਲੀ। ਤੇ ਸਾਧ ਸੰਗਤ ਜੀ, ਮੈਂ ਥੋੜਾ ਪੰਛੀ ਮਾਤਰ ਝਾਤ, ਕਿਉਂਕਿ ਕਈ ਘੰਟੇ ਚਾਹੀਦੇ ਨੇ ਇਹਨਾਂ ਦੇ ਜੀਵਨ ਤੇ ਕਥਾ ਕਰਨ ਨੂੰ, ਪੰਛੀ ਮਾਤਰ ਝਾਤ ਤੁਹਾਨੂੰ ਪਵਾਉਣੀ ਹੈ। ਪਹਿਲਾਂ ਆਓ ਉਹਨਾਂ ਦਾ ਜਨਮ ਸਥਾਨ ਖੋੜੀ ਦੁਨਾ ਸਿੰਘ। ਪਿੰਡ ਦਾ ਪਹਿਲਾ ਨਾਮ ਕੱਲਾ ਸੀ ਖੋੜੀ, ਤੇ ਖੋੜੀ ਦੁਨਾ ਸਿੰਘ ਨਾਮ ਕਿਉਂ ਪਿਆ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹਨਾਂ ਦੀ ਫੌਜ ਦੇ ਵਿੱਚ ਇੱਕ ਸਿੰਘ ਸੀ ਦੁਨਾ ਸਿੰਘ, ਉਹਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ, ਤੇ ਇਹਦੇ ਕਰਕੇ ਉਸ ਖੋੜੀ ਦਾ ਨਾਮ ਪੈ ਗਿਆ ਖੋੜੀ ਦੁਨਾ ਸਿੰਘ।
तहसील खारियां, ਜ਼ਿਲ੍ਹਾ गुजरात पाकिस्तान। आ गुजरात मोदी वाला नहीं, पाकिस्तान ਦੇ ਵਿੱਚ ਜਿਹੜਾ ਉੱਥੇ ਸਾਧ ਸੰਗਤ ਜੀ ਤੇ ਪਿਤਾ ਜੀ ਸਤਿਕਾਰਯੋਗ ਰੰਗ ਰਤੜੀ ਰੂਹ ਪਿਤਾ ਜੀ ਵਸਾਵਾ ਸਿੰਘ ਤੇ ਦਾਦਾ ਬੜਾ ਪਿਆਰ ਵਾਲਾ, ਦਾਦਾ ਬੜਾ ਗੁਰਮੁਖ ਤੇ ਦਾਦੇ ਦਾ ਨਾਮ ਹੈ ਅਰੂੜ ਸਿੰਘ ਤੇ ਮਾਤਾ ਦਾ ਨਾਮ ਮਾਤਾ ਨਿਹਾਲ ਕੌਰ। ਤੇ ਸਾਧ ਸੰਗਤ ਕੇਵਲ ਨਾਮ ਦੀ ਨਿਹਾਲ ਨਹੀਂ ਸੀ, ਨਿਹਾਲ ਕੌਰ ਰੱਬੀ ਰੰਗ ਦੇ ਵਿੱਚ ਰੰਗੀ ਹੋਈ ਸੀ ਮਾਤਾ ਵੀ। ਤੇ ਸਾਧ ਸੰਗਤ ਜੀ ਕੀ ਮਾਲਕ ਨੂੰ ਭਾਇਆ, ਅਜੇ 2-2.5 ਮਹੀਨਿਆਂ ਦੇ ਸਨ ਕਿ ਮਾਤਾ ਨਿਹਾਲ ਕੌਰ ਜੀ ਅਕਾਲ ਚਲਾਣਾ ਕਰ ਗਏ। 2-2.5 ਮਹੀਨੇ ਦੀ ਉਮਰ ਕੀ ਹੁੰਦੀ ਹੈ? ਮਾਂ ਵਾਲਾ ਪਿਆਰ ਕਿਸੇ ਕੋਲੋਂ ਨਹੀਂ ਮਿਲ ਸਕਦਾ। ਚਾਚੀ, ਤਾਈ, ਮਾਸੀ ਕੋਈ ਵੀ ਮਾਂ ਵਾਲਾ ਪਿਆਰ ਨਹੀਂ ਦੇ ਸਕਦੀ। ਤੇ ਬਾਬਾ ਵਸਾਵਾ ਸਿੰਘ ਜੀ ਨੇ ਆਪ ਜੀ ਦੀ ਰੱਖਿਆ ਕੀਤੀ। ਇੱਥੇ ਮੈਂ ਥੋੜ੍ਹਾ ਜਿਹਾ ਹੋਰ ਰੁਕਾਂ ਕਿ ਬਾਬਾ ਪ੍ਰੇਮ ਸਿੰਘ ਜੀ ਦਾ ਥੋੜ੍ਹਾ ਜਿਹਾ ਪਿਛੋਕੜ ਹੋਰ, ਉਹਨਾਂ ਦਾ ਪਿਛੋਕੜ 6ਵੇਂ ਪਾਤਸ਼ਾਹ ਜੀ ਤੋਂ ਸਮੇਂ ਤੋਂ ਬਾਬਾ ਤਖਤ ਮੱਲ ਜੀ, ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਕਿ ਬਾਬਾ ਤਖਤ ਮੱਲ ਜੀ ਇੱਕ ਗੁਰਸਿੱਖ ਹੋਏ ਨੇ ਜਿਹੜੇ 6ਵੇਂ ਪਾਤਸ਼ਾਹ ਵਾਸਤੇ ਸ਼ਹਿਦ ਲੈ ਕੇ ਆਏ ਸਨ। ਭਾਈ ਕੱਟੂ ਜੀ ਨੇ ਸ਼ਹਿਦ ਮੰਗਿਆ ਸੀ, ਤੁਹਾਨੂੰ ਪਤਾ, ਮੈਂ ਟੂਕ ਮਾਤਰ ਕਹਿ ਕੇ ਅੱਗੇ ਚਲੇ ਜਾਣਾ। ਤੇ ਇਹ ਬਾਬਾ ਤਖਤ ਮੱਲ ਜੀ ਤੋਂ ਸੇਵਾ ਤੋਂ ਪ੍ਰਸੰਨ ਹੋ ਕੇ 6ਵੇਂ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ, ਸਮਾਂ ਆਣ ਤੇ ਤੁਹਾਡੀ ਬੰਸ਼ ਦੇ ਵਿੱਚ ਮਹਾਨ ਮਹਾਂਪੁਰਖ ਗੁਰਮੁਖ ਪੈਦਾ ਹੁੰਦੇ ਰਹਿਣਗੇ। ਤੇ ਇਹ ਬਾਬਾ ਤਖਤ ਮੱਲ ਜਿਹੜੇ ਨਾ ਜੀ, ਇਹ ਜਦੋਂ ਅੰਮ੍ਰਿਤਸਰ ਦੀ ਜੰਗ ਲੜੀ ਹੈ ਨਾ 6ਵੇਂ ਪਾਤਸ਼ਾਹ ਜੀ ਨੇ, ਭਾਈ ਗੁਰਦਾਸ ਜੀ ਨੇ ਜਿਹੜੇ 4 ਗੁਰਸਿੱਖ ਸ਼ਹੀਦ ਹੋਏ ਉਹਨਾਂ ਦੇ ਵਿੱਚ ਜ਼ਿਕਰ ਕੀਤਾ। ਇੱਕ ਤਾਂ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਭਾਈ ਬੱਲੂ ਜੀ, ਉਹ ਸ਼ਹੀਦ ਹੁੰਦੇ ਨੇ, ਤੇ ਇੱਕ ਬਾਬਾ ਤਖਤ ਮੱਲ ਜੀ ਅੰਮ੍ਰਿਤਸਰ ਦੀ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ 6ਵੇਂ ਪਾਤਸ਼ਾਹ। ਤੇ ਉਹ ਬਾਬਾ ਤਖਤ ਮੱਲ ਜੀ ਜਿਹੜੇ ਨੇ, ਉਹਨਾਂ ਦੀ ਅੱਗੂ ਚੱਲਦੀ ਹੋਈ ਬੰਸ਼ ਦੇ ਵਿੱਚ ਹੋਏ ਨੇ ਬਾਬਾ ਲੱਖੀ ਸ਼ਾਹ ਵਣਜਾਰਾ ਲੁਬਾਨਾ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਧੜ ਦਾ ਸਤਿਕਾਰ ਕੀਤਾ। ਤੇ ਬਾਬਾ ਲੱਖੀ ਸ਼ਾਹ ਜਿਹੜੇ ਵਣਜਾਰਾ ਹੋਏ ਨੇ, ਉਹਨਾਂ ਦਾ ਚਚੇਰੇ ਭਾਈ ਸੀ ਧਰਮਦਾਸ। ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜ਼ਿਕਰ ਕੀਤਾ। ਤੇ ਗਿਆਨੀ ਸਾਹਿਬ ਸਿੰਘ ਜੀ ਕੈਨੇਡਾ ਵਾਲੇ ਮਹਾਨ ਕਥਾਵਾਚਕ, ਉਹਨਾਂ ਨੇ ਇਸ ਇਤਿਹਾਸ ਦੀ ਖੋਜ ਕੀਤੀ। ਉਹਨਾਂ ਨੇ ਸੰਗਤਾਂ ਦੇ ਨਾਲ ਸਾਂਝੇ ਕੀਤੇ ਵਿਚਾਰ ਕਿ ਲੱਖੀ ਸ਼ਾਹ ਵਣਜਾਰੇ ਦਾ ਚਚੇਰਾ ਭਾਈ ਧਰਮਦਾਸ ਤੇ ਧਰਮਦਾਸ ਦੀ ਬੰਸ਼ ਦੇ ਵਿੱਚੋਂ ਅੱਗੇ ਹੋਏ ਨੇ ਫਤਿਹ ਸਿੰਘ ਜੀ, ਦਾਦਾ ਅਰੂੜ ਸਿੰਘ ਜੀ, ਬਾਬਾ ਵਸਾਵਾ ਸਿੰਘ ਜੀ ਤੇ ਫਿਰ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ। ਤੇ ਆਪ ਅੰਦਾਜ਼ਾ ਲਗਾਓ ਕਿ ਕਿੰਨੀ ਕੁ ਵੱਡੀ ਮਹਾਨ ਇਹ ਬੰਸ਼ ਹੈ। ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਜਿਹੜੀ ਪੀੜ੍ਹੀ ਚੱਲਦੀ ਆ ਰਹੀ ਹੈ, ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਪਿੰਡ ਖੋੜੀ ਦੁਨਾ ਸਿੰਘ ਹੈ ਨਾ ਜੀ। ਤੇ ਛੋਟੀ ਜਿਹੀ ਅਵਸਥਾ ਤੇ ਇੱਕ ਦਿਨ ਆਪਣੇ ਦਾਦੇ ਨੂੰ ਕਹਿੰਦੇ, ਦਾਦਾ ਜੀ ਮੈਂ ਵੀ ਗੁਰਦੁਆਰੇ ਜਾਣਾ ਤੁਹਾਡੇ ਨਾਲ। ਅੱਜ ਦਾ ਦਾਦਾ ਹੁੰਦਾ ਤਾਂ ਕਹਿੰਦਾ ਭਈ ਅਜੇ ਤੂੰ ਕੀ ਕਰਨਾ, ਅਜੇ ਬਹੁਤ ਛੋਟਾ, ਤੂੰ ਤੇਰਾ ਨਹੀਂ ਕੰਮ ਗੁਰਦੁਆਰੇ। ਤੇ ਦਾਦੇ ਦੀ ਉਂਗਲ ਪਕੜ ਕੇ ਜਦੋਂ ਗੁਰਦੁਆਰੇ ਗਏ ਨਾ ਜੀ, 2-4 ਦਿਨ ਗਏ ਤੇ ਇਤਿਹਾਸ ਕਹਿੰਦਾ ਹੈ ਵੀ ਆਪ ਜੀ ਕਹਿਣ ਲੱਗੇ, ਦਾਦਾ ਜੀ ਮੈਂ ਵੀ ਬਾਣੀ ਪੜ੍ਹਨੀ ਹੈ। ਤੇ ਦਾਦਾ ਜੀ ਕਹਿਣ ਲੱਗੇ, ਬੱਚੜਿਆ ਅਜੇ ਤੇ ਤੂੰ ਬਹੁਤ ਛੋਟਾ, ਅਜੇ ਤੱਕ ਤੇ ਕੁਮਾਰੀ ਦੀ ਤਾਬਿਆ ਤੱਕ ਪਹੁੰਚਿਆ ਨਹੀਂ ਜਾਣਾ। ਤੇ ਕਹਿਣ ਲੱਗੇ, ਦਾਦਾ ਜੀ ਜੇ ਬੈਠ ਕੇ ਨਹੀਂ ਤੇ ਖਲੋ ਕੇ ਤੇ ਬਾਣੀ ਪੜ੍ਹ ਸਕਦਾ ਨਾ। ਛੋਟੀ ਉਮਰ ਦੇ ਵਿੱਚ ਜੁੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਸੰਤ ਬਾਬਾ ਪ੍ਰੇਮ ਸਿੰਘ ਜੀ। ਆ ਪ੍ਰੇਮ ਸਿੰਘ ਨਾਮ ਦਾ ਵੀ ਜਿਹੜਾ ਜ਼ਿਕਰ ਹੈ ਨਾ ਜੀ, ਗਿਆਨੀ ਚੇਤ ਸਿੰਘ ਜੀ ਨੇ ਉਹਨਾਂ ਦੀ ਪੁਸਤਕ 'ਚ ਲਿਖਿਆ ਵੀ ਜਦੋਂ ਗੁਰੂ ਸਾਹਿਬ ਜੀ ਦੇ ਕੋਲ ਜਾ ਕੇ ਅਰਦਾਸਾ ਸੋਧਿਆ ਵੀ ਨਾਮ ਰੱਖਣਾ ਤੇ ਹੁਕਮਨਾਮਾ ਆਇਆ ਸੀ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਪੱਪੇ ਅੱਖਰ ਤੂੰ ਨਾਮ ਰੱਖ ਦਿੱਤਾ, ਇਹ ਸਾਡਾ ਪ੍ਰੇਮ ਹੈ, ਸਾਡਾ ਪ੍ਰੇਮ ਹੈ ਦਾਦੇ ਨੇ। ਤੇ ਸਾਧ ਸੰਗਤ ਜੀ ਕਹਿਣ ਲੱਗੇ ਮੈਂ ਖਲੋ ਕੇ ਬਾਣੀ ਪੜ੍ਹ ਲਵਾਂਗਾ ਦਾਦਾ ਜੀ। ਤੇ ਗ੍ਰੰਥੀ ਸਿੰਘ ਗੁਰਦੁਆਰੇ ਦੇ ਕਹਿਣ ਲੱਗੇ ਪਿਆ ਛੋਟਾ ਜਿਹਾ ਬੱਚਾ ਕਿਵੇਂ ਬਾਣੀ ਪੜ੍ਹੇਗਾ, ਜਦੋਂ ਪੌੜੀ ਆਏਗੀ ਗੁਰਮੁਖ ਨਾਦੰ ਗੁਰਮੁਖ ਵੇਦੰ। ਕਹਿੰਦੇ ਨੇ ਇੰਨੀ ਸ਼ੁੱਧ ਬਾਣੀ ਪੜ੍ਹੀ ਬਾਬਾ ਪ੍ਰੇਮ ਸਿੰਘ ਜੀ ਨੇ ਵੀ ਜਿਹੜਾ ਗ੍ਰੰਥੀ ਸਿੰਘ ਸੀ ਉਹ ਵੀ ਗਦਗਦ ਹੋ ਗਿਆ। ਕਹਿਣ ਲੱਗੇ ਬਾਬਾ ਇੰਜ ਲੱਗਦਾ ਵੀ ਆ ਜਿਹੜਾ ਤੇਰਾ ਪੋਤਰਾ ਹੈ ਨਾ, ਇਹ ਤੇ ਕੋਈ ਰੰਗੀ ਹੋਈ ਆਤਮਾ ਹੈ, ਇਹ ਤੇ ਕੋਈ ਰੱਬੀ ਰੂਹ ਹੈ।
ਇਸ ਤਰ੍ਹਾਂ ਸਾਧ ਸੰਗਤ ਥੋੜ੍ਹਾ ਸਮਾਂ ਬਤੀਤ ਹੁੰਦਾ ਗਿਆ। ਆਪ ਜੀ ਦੇ ਪਿਤਾ ਜੀ ਵਸਾਵਾ ਸਿੰਘ ਫੌਜ ਦੇ ਵਿੱਚ, ਉਹਨਾਂ ਨੇ ਗ੍ਰੰਥੀ ਸਿੰਘ ਦੀ ਡਿਊਟੀ ਕੀਤੀ। ਆਪ ਜੀ ਦੇ ਪਿਤਾ ਜੀ ਨੇ, ਵਸਾਵਾ ਸਿੰਘ ਜੀ ਨੇ, ਅਤੇ ਆਪ ਵੀ ਆਪਣੇ ਪਿਤਾ ਜੀ ਦੇ ਨਾਲ ਕੋਟੇ ਚਲੇ ਗਏ, ਫੌਜ ਦੇ ਵਿੱਚ ਚਲੇ ਗਏ। ਅਤੇ ਕਹਿੰਦੇ ਨੇ ਆਪ ਜੀ ਦੇ ਪਿਤਾ ਜੀ ਨੂੰ ਵੱਡੇ ਬਾਬਾ ਜੀ ਕਹਿੰਦੇ ਨੇ, ਅਤੇ ਆਪ ਜੀ ਨੂੰ ਛੋਟੇ ਬਾਬਾ ਜੀ ਕਹਿੰਦੇ ਸਨ। ਛੋਟੀ ਅਵਸਥਾ ਦੇ ਵਿੱਚ ਹੀ ਕਹਿੰਦੇ ਸਨ ਛੋਟੇ ਬਾਬਾ ਜੀ, ਛੋਟੇ ਸੰਤ। ਅਤੇ ਇੱਕ ਦਿਨ ਕਹਿੰਦੇ ਨੇ ਸਮਾਧੀ ਲਗਾਈ ਹੋਈ ਹੈ ਆਪ ਜੀ ਨੇ, ਅਤੇ ਸਮਾਧੀ ਦੇ ਵਿੱਚ ਇੰਨਾ ਲੀਨ ਨੇ ਕਿ ਇੱਕ ਮਿਕ ਹੋ ਗਏ। ਅਤੇ ਕਰਨਲ ਸੀ, ਹਿੰਦੂ ਕਰਨਲ, ਉਹਨੇ ਦਰਸ਼ਨ ਕੀਤੇ। ਅਤੇ ਹਿੰਦੂ ਕਰਨਲ ਨੇ ਆ ਕੇ ਫਿਰ ਨਾ ਜੀ 24 ਸੋਨੇ ਦੀਆਂ ਮੋਹਰਾਂ ਦਾ ਹਾਰ ਬਣਾ ਕੇ ਨਾ ਜੀ ਉਸ ਵੇਲੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਗਲ ਦੇ ਵਿੱਚ ਪਾਇਆ, ਛੋਟੀ ਉਮਰ ਦੇ। ਇਹ ਪਹਿਲਾ ਕੌਤਕ ਸੀ ਆਪ ਜੀ ਦੇ ਜੀਵਨ ਦਾ, ਆਪ ਜੀ ਦੇ ਸਾਧ ਸੰਗਤ ਇਤਿਹਾਸ ਦਾ। ਉੱਥੋਂ ਫਿਰ ਆਪ ਜੀ ਟਿਕੇ ਨਹੀਂ, ਵਾਪਸ ਪਿੰਡ ਆ ਗਏ। ਕਹਿਣ ਲੱਗੇ ਪਿਤਾ ਜੀ ਮੈਂ ਪਿੰਡ ਜਾਣਾ ਹੈ। ਪਿੰਡ ਆ ਗਏ ਖੋੜੀ ਦੁਨਾ ਸਿੰਘ, ਅਤੇ ਇੱਥੇ ਆ ਕੇ ਦਾਦਾ ਜੀ ਉਸ ਵੇਲੇ ਕਾਫੀ ਬਿਰਧ ਹੋ ਚੁੱਕੇ ਸਨ, ਅਤੇ ਦਾਦਾ ਜੀ ਕਾਲਵਾਸ ਹੋ ਗਏ, ਦਾਦਾ ਅਰੂੜ ਸਿੰਘ ਜੀ। ਹੁਣ ਘਰ ਦੇ ਵਿੱਚ ਕੁਝ ਵਤੀਰਾ ਐਸਾ ਸੀ, ਬਹੁਤ ਇਤਿਹਾਸਕਾਰ ਘੱਟ ਦੱਸਦੇ ਨੇ, ਕਿ ਬਾਬਾ ਪ੍ਰੇਮ ਸਿੰਘ ਜੀ ਦੇ ਪਿਤਾ ਵਸਾਵਾ ਸਿੰਘ ਜੀ ਨੇ ਦੂਜੀ ਸ਼ਾਦੀ ਕਰ ਲਈ ਸੀ, ਵਿਆਹ ਕਰ ਲਿਆ ਸੀ। ਉਹਦੇ ਵਿੱਚੋਂ 4 ਬੱਚੇ ਹੋਰ, ਖੇਮ ਸਿੰਘ, ਹਰੀ ਸਿੰਘ, ਵਰਿਆਮ ਸਿੰਘ ਅਤੇ ਖਜਾਨ ਸਿੰਘ, ਅਤੇ 5ਵਾਂ ਬਾਬਾ ਹਰਨਾਮ ਸਿੰਘ। ਸਾਧ ਸੰਗਤ ਇਹ ਸੰਤਾਨ ਹੋਈ। ਕੁਝ ਕਹਿੰਦੇ ਨੇ ਕਿ ਮਤਰੇਈ ਮਾਂ ਦਾ ਵਤੀਰਾ ਕੋਈ ਇੰਨਾ ਵਧੀਆ ਨਹੀਂ ਸੀ, ਆਪ ਜੀ ਦਾ ਘਰ ਦੇ ਵਿੱਚ ਵੀ ਮਨ ਨਾ ਲੱਗਾ। ਕੁਝ ਸਮਾਂ ਆਪ ਜੀ ਨੇ ਕੱਪੜੇ ਵੇਚਣ ਦਾ ਵੀ ਕੰਮ ਕੀਤਾ। ਰਾਮ ਸਿੰਘ ਯੂਪੀ ਦਾ ਸੀ, ਉਹਦੇ ਨਾਲ ਕੱਪੜੇ ਪਿੰਡਾਂ ਦੇ ਵਿੱਚ ਜਾ ਕੇ ਵੇਚਣੇ, ਫੇਰੀ ਲਗਾਣੀ ਕੱਪੜਿਆਂ ਦੀ। ਉੱਥੋਂ ਵੀ ਮਨ ਨਾ ਲੱਗਾ, ਅਤੇ ਇੱਕ ਦਿਨ ਮੁਰਾਲੇ ਡੇਰਾ ਜਿਹੜਾ ਨਾ ਜੀ ਮੁਰਾਲਾ, ਉਧਰ ਨੂੰ ਆਪ ਜੀ ਨੇ ਰੁੱਖ ਕਰ ਲਿਆ। ਅਤੇ ਮੀਰਪੁਰ ਦੀ ਜਦੋਂ ਖੱਡ ਆਈ ਨਾ, ਮੀਰਪੁਰ ਦੀ ਖੱਡ ਪਾਣੀ, ਅਤੇ ਇੱਕ ਆਵਾਜ਼ ਆਈ, ਓਏ ਬੱਚੜਿਆ ਧਿਆਨ ਦੇ ਨਾਲ ਇਸ ਖੱਡ ਦੇ ਵਿੱਚ ਪੈਰ ਪਾਈ, ਇਸ ਖੱਡ ਨੇ ਕਈਆਂ ਦੀ ਜਾਨ ਲੈ ਲਈ। ਅਤੇ ਬਾਬਾ ਪ੍ਰੇਮ ਸਿੰਘ ਜੀ ਕਹਿਣ ਲੱਗੇ ਮਰ ਕੇ ਹੀ ਤੇ ਪਾਈਦਾ, ਕੋਈ ਗੱਲ ਨਹੀਂ ਜੇ ਜਾਨ ਲੈ ਲਈ। ਅਤੇ ਚਿੱਟਿਆਂ ਕੱਪੜਿਆਂ ਵਾਲਾ ਜਿਹੜਾ ਆਇਆ ਸੀ ਨਾ ਅੱਗੂ ਲੈਣ ਵਾਸਤੇ, ਉਹ ਆਪ ਮੁਰਾਲੇ ਡੇਰੇ ਦੇ ਸੰਤ ਬਾਬਾ ਬਿਸ਼ਨ ਸਿੰਘ ਜੀ ਆਪ ਲੈਣ ਵਾਸਤੇ ਆਏ ਸਨ। ਚਿੱਟਿਆਂ ਕੱਪੜਿਆਂ ਵਾਲੇ ਜਦੋਂ ਜਾ ਕੇ ਦੇਖਿਆ ਨਾ ਵੀ ਇਹ ਤੇ ਆਪ ਬਾਬਾ ਬਿਸ਼ਨ ਸਿੰਘ ਜੀ ਆਏ ਨੇ ਮੁਰਾਲੇ ਵਾਲੇ। ਅਤੇ ਸਾਧ ਸੰਗਤ ਜੀ ਜਦੋਂ ਮੁਰਾਲੇ ਡੇਰੇ ਦੇ ਵਿੱਚ ਪਹੁੰਚੇ ਸੰਤ ਬਾਬਾ ਪ੍ਰੇਮ ਸਿੰਘ ਜੀ, ਤਾਂ ਕੀ ਦੇਖਦੇ ਨੇ, ਕਿਤੇ ਗੁਰਬਾਣੀ ਦੀ ਸੰਥਿਆ ਦਿੱਤੀ ਜਾ ਰਹੀ ਹੈ, ਕਿਤੇ ਗੁਰਬਾਣੀ ਦੀ ਸੰਥਿਆ ਵਿਦਿਆਰਥੀ ਪ੍ਰਾਪਤ ਕਰ ਰਹੇ ਨੇ, ਕਿਧਰੇ ਕੀਰਤਨ ਸਿਖਾਇਆ ਜਾ ਰਿਹਾ, ਕਿਧਰੇ ਤਬਲਾ ਸਿਖਾਇਆ ਜਾ ਰਿਹਾ, ਕਿਤੇ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਅਤੇ ਬਾਬਾ ਪ੍ਰੇਮ ਸਿੰਘ ਜੀ ਬੜੇ ਗਦਗਦ ਹੋਏ, ਅਤੇ ਹੁਣ ਆਪਣਾ ਜੀਵਨ ਬਣਾ ਲਿਆ ਆਪ ਜੀ ਨੇ ਰੋਜ਼ ਸੇਵਾ ਕਰਨੀ। ਜਿਹੜਾ ਸਾਧ ਸੰਗਤ ਇਸ਼ਨਾਨ ਕਰਨ ਵਾਸਤੇ ਟੈਂਕੀਆਂ ਦੇ ਵਿੱਚ ਪਾਣੀ ਭਰਨਾ, ਜਲ ਭਰਨਾ, ਇਹ ਸੇਵਾ ਆਪ ਜੀ ਨੇ ਕਰਨੀ। ਅਤੇ ਸੇਵਾ ਤੋਂ ਇੰਨੇ ਪ੍ਰਸੰਨ ਹੋਏ ਸੰਤ ਬਾਬਾ ਬਿਸ਼ਨ ਸਿੰਘ ਜੀ, ਇੰਨੇ ਪ੍ਰਸੰਨ ਹੋਏ, ਕਹਿਣ ਲੱਗੇ ਪਏ ਪੁੱਤਰ ਪ੍ਰੇਮ ਮੈਂ ਤੈਨੂੰ ਅੰਮ੍ਰਿਤਸਰ ਭੇਜਣਾ ਚਾਹੁੰਦਾ। ਆਪ ਜੀ ਅੰਮ੍ਰਿਤਸਰ ਜਾਓ, ਅਤੇ ਅੰਮ੍ਰਿਤਸਰ ਜਾ ਕੇ ਕੁਝ ਸਮਾਂ ਤੁਸੀਂ ਹੋਰ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ ਅਤੇ ਗੁਰਬਾਣੀ ਦੀ ਕਥਾ ਇਹ ਸਿੱਖ ਕੇ ਆਓ। ਹੁਣ ਸਾਧ ਸੰਗਤ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਕਿ ਸਾਡੇ ਕੋਲ 1 ਟਕਸਾਲ ਦੀ ਸੇਵਾ, ਪਰ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਨੂੰ 2 ਟਕਸਾਲਾਂ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ। ਅਸੀਂ ਇਹਨਾਂ ਦੇ ਪਲੰਗ 'ਤੇ ਨਹੀਂ ਬੈਠ ਸਕਦੇ। ਉਹ 2 ਟਕਸਾਲਾਂ ਦਾ ਕਿਹੜਾ ਜ਼ਿਕਰ ਕਰਦੇ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ? ਉਹ 2 ਟਕਸਾਲਾਂ ਦਾ ਜ਼ਿਕਰ ਇਹ ਕਰਦੇ ਸਨ ਕਿ ਜਦੋਂ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਆਪ ਇਤਿਹਾਸ ਸੁਣਾਇਆ ਕਰਦੇ ਸਨ, ਉਹਨਾਂ ਦੇ ਜ਼ੁਬਾਨੀ ਸੁਣਿਆ ਹੋਇਆ ਇਤਿਹਾਸ ਹੈ ਕਿ ਪਹਿਲੇ ਮੁਖੀ ਹੋਏ ਨੇ ਦਮਦਮੀ ਟਕਸਾਲ ਦੇ ਸਾਧ ਸੰਗਤ ਜੀ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਫਿਰ ਗੁਰਬਖਸ਼ ਸਿੰਘ ਜੀ, ਫਿਰ ਸਦਾ ਸਿੰਘ ਜੀ, ਅਤੇ 9ਵੇਂ ਜਿਹੜੇ ਹੋਏ ਨੇ ਉਹ ਸੰਤ ਹਮੀਰ ਸਿੰਘ, ਸੰਤ ਅਮੀਰ ਸਿੰਘ, ਅਤੇ 10ਵੀਂ ਜਗ੍ਹਾ 'ਤੇ ਸਨ ਸੰਤ ਬਾਬਾ ਬਿਸ਼ਨ ਸਿੰਘ ਜੀ ਜਿਹੜੇ ਕਿ ਮੁਰਾਲੇ ਦੇ ਵਿੱਚ ਨੇ। ਅਤੇ ਹੁਣ ਸਾਧ ਸੰਗਤ ਜੀ ਮੁਰਾਲੇ ਦੇ ਵਿੱਚ 10ਵੀਂ ਜਗ੍ਹਾ 'ਤੇ ਸੰਤ ਬਾਬਾ ਬਿਸ਼ਨ ਸਿੰਘ ਜੀ ਜਿਹੜੇ ਉਸ ਵੇਲੇ ਟਕਸਾਲ ਦੇ 10ਵੇਂ ਮੁਖੀ ਨੇ ਉਸ ਵੇਲੇ ਦੇ, ਉਹਨਾਂ ਦੇ ਕੋਲ ਪਹੁੰਚੇ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ। ਅਤੇ ਮੈਂ ਥੋੜ੍ਹਾ ਜਿਹਾ ਟੂਕ ਮਾਤਰ ਕਹਿ ਜਾਵਾਂ, 11ਵੇਂ ਮੁਖੀ ਹੋਏ ਨੇ
ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂਵਾਲੇ, ਅਤੇ 12ਵੇਂ ਮੁਖੀ ਹੋਏ ਨੇ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖ, ਫਿਰ ਸੰਤ ਕਰਤਾਰ ਸਿੰਘ ਜੀ ਮਹਾਂਪੁਰਖ, ਅਤੇ ਫਿਰ 14ਵੇਂ ਮੁਖੀ ਹੋਏ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖ। ਸੋ ਸਾਧ ਸੰਗਤ ਆਪ ਇਤਿਹਾਸ ਸੁਣਾਇਆ ਕਰਦੇ ਸਨ, ਅਤੇ ਆਪ ਜੀ ਨੂੰ ਨਾ ਜੀ ਬਾਬਾ ਬਿਸ਼ਨ ਸਿੰਘ ਜੀ ਨੇ ਭੇਜ ਦਿੱਤਾ ਉਸ ਜਗ੍ਹਾ 'ਤੇ ਵੀ ਆਪ ਅੰਮ੍ਰਿਤਸਰ ਜਾਓ ਅਤੇ 2 ਸਾਲ ਤੁਸੀਂ ਹੋਰ ਗੁਰਬਾਣੀ ਦੀ ਸਿਖਲਾਈ ਲੈ ਕੇ ਆਣੀ। ਪਾਠ ਭਾਵੇਂ ਕਰ ਲੈਂਦੇ ਸਨ। ਅਤੇ ਪਤਾ ਜੀ ਕਿੱਥੇ ਆਏ ਨੇ? ਸੰਤ ਉੱਤਮ ਸਿੰਘ ਦੇ ਡੇਰੇ ਦੇ ਵਿੱਚ। ਸੰਤ ਉੱਤਮ ਸਿੰਘ ਦਾ ਡੇਰਾ ਉਹ ਹੈ ਜਿਹੜਾ ਕਿ ਭਾਈ ਮਨੀ ਸਿੰਘ ਜੀ, ਜਦੋਂ ਦਰਬਾਰ ਸਾਹਿਬ ਜੀ ਤੋਂ ਵਿਹਲੇ ਹੋ ਕੇ ਸਮਾਂ ਮਿਲਦਾ ਸੀ ਅਤੇ ਭਾਈ ਮਨੀ ਸਿੰਘ ਜੀ ਆ ਕੇ ਗੁਰਬਾਣੀ ਦੀ ਸੰਥਿਆ ਦਿਆ ਕਰਦੇ ਸਨ। ਜਿੱਥੇ ਭਾਈ ਮਨੀ ਸਿੰਘ ਜੀ ਨੇ ਸਾਧ ਸੰਗਤ ਜੀ ਨਿਤਨੇਮ ਦੇ ਗੁਟਕੇ, ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕੇ, ਇਹ ਸਾਧ ਸੰਗਤ ਜੀ ਇਹ ਬਾਣੀ ਦੀ ਸੇਵਾ ਕੀਤੀ, ਅਤੇ ਉਸ ਜਗ੍ਹਾ 'ਤੇ, ਉਸ ਡੇਰੇ 'ਤੇ, ਉਸ ਅਸਥਾਨ 'ਤੇ ਆ ਗਏ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ। ਹੁਣ ਇੱਕ ਸਵਾਲ ਉੱਠਦਾ ਹੈ ਵੀ ਕੀ ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਮੁਰਾਲੇ ਦੇ ਵਿੱਚ ਗੁਰਬਾਣੀ ਦਾ ਕੀਰਤਨ ਨਹੀਂ ਸੀ ਸਿਖਾਇਆ ਜਾ ਸਕਦਾ? ਕੀ ਉੱਥੇ ਗੁਰਬਾਣੀ ਦੀ ਸਿਖਲਾਈ ਨਹੀਂ ਸੀ ਦਿੱਤੀ ਜਾ ਸਕਦੀ? ਅਤੇ ਅੰਮ੍ਰਿਤਸਰ ਆਪ ਜੀ ਨੂੰ ਕਿਉਂ ਭੇਜਿਆ? ਇਹ ਸੰਤ ਬਾਬਾ ਬਿਸ਼ਨ ਸਿੰਘ ਜੀ ਦੀ ਇੱਕ ਬੜੀ ਦਿਵ ਦ੍ਰਿਸ਼ਟੀ ਸੀ। ਅੰਮ੍ਰਿਤਸਰ ਇਸ ਕਰਕੇ ਆਪ ਜੀ ਨੂੰ ਭੇਜਿਆ ਕਿ ਇਹ ਜੋ ਸੰਤ ਪ੍ਰੇਮ ਸਿੰਘ ਹੈ ਸਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਦੇ ਨਾਲ ਜੁੜਿਆ ਰਹੇ। ਇਸ ਕਰਕੇ ਨੀਂਹ ਮਜ਼ਬੂਤ ਰੱਖਣ ਦੇ ਵਾਸਤੇ ਅੰਮ੍ਰਿਤਸਰ ਭੇਜ ਦਿੱਤਾ ਜੀ। ਅਤੇ ਅੰਮ੍ਰਿਤਸਰ ਜਦੋਂ 2 ਸਾਲ ਆਪ ਜੀ ਨੇ ਲਾਏ ਨਾ ਜੀ, ਗੁਰਬਾਣੀ ਦਾ ਕੀਰਤਨ ਵੀ ਬੜਾ ਪਿਆਰਾ, ਆਪ ਵੀ ਕੀਰਤਨ ਕਰਦੇ ਸਨ ਸੰਤ ਬਾਬਾ ਪ੍ਰੇਮ ਸਿੰਘ ਜੀ। ਉਹਨਾਂ ਦੇ ਜੀਵਨ ਵਿੱਚ ਇਹ ਲਿਖਿਆ ਕਿ ਇੱਕ ਹਾਰਮੋਨੀਅਮ ਅਤੇ ਤਬਲਾ ਨਾਲ ਹੀ ਰੱਖਦੇ ਸਨ। ਜਿੱਥੇ ਵੀ ਜਾਣਾ ਨਾ ਜੀ ਉਹ ਨਾਲ ਹੀ ਰੱਖਣਾ, ਦੀਵਾਨ ਹੋਣਾ, ਅੰਮ੍ਰਿਤ ਸੰਚਾਰ। ਅਤੇ ਜਦੋਂ ਵਾਪਸ ਆਏ ਨਾ ਜੀ ਡੇਰੇ ਵਿੱਚ 2 ਸਾਲ ਤੋਂ ਬਾਅਦ ਵਿੱਚ, ਅਤੇ ਕਹਿੰਦੇ ਨੇ ਸੰਤ ਬਾਬਾ ਬਿਸ਼ਨ ਸਿੰਘ ਜੀ ਕਹਿਣ ਲੱਗੇ ਵੀ ਪੁੱਤਰ ਪ੍ਰੇਮ ਸਿੰਘ, ਤੂੰ ਸਾਰੀ ਗੁਰਬਾਣੀ ਦੀ ਕਥਾ ਕਰਨੀ ਹੈ। 1 ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਨੀ ਹੈ। ਤੂੰ ਕਥਾ ਕਰੇਂਗਾ ਅਤੇ ਅਸੀਂ ਕਥਾ ਬੈਠ ਕੇ ਸੁਣਾਂਗੇ। ਅਤੇ ਉਹ ਕੈਸਾ ਸਮਾਂ ਹੋਏਗਾ ਸਾਧ ਸੰਗਤ ਵੀ ਆਪ ਉਸਤਾਦ ਜਿਹੜਾ ਉਹ ਬੈਠਾ ਹੋਵੇ ਅਤੇ ਸ਼ਾਗਿਰਦ ਕਥਾ ਕਰ ਰਿਹਾ ਹੋਵੇ, ਉਹ ਮਾਹੌਲ ਕੈਸਾ ਹੋਵੇਗਾ? ਕਹਿੰਦੇ ਨੇ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਗੁਰਬਾਣੀ ਦੀ ਕਥਾ ਕਰਨੀ ਅਤੇ ਬਾਬਾ ਬਿਸ਼ਨ ਸਿੰਘ ਜੀ ਨੇ ਕੋਲ ਬੈਠ ਕੇ ਕਥਾ ਸੁਣਨੀ। ਇੰਨਾ ਆਨੰਦ ਸੀ। ਅਤੇ ਇੱਕ ਦਿਨ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਕਹਿਣ ਲੱਗੇ ਬਾਬਾ ਬਿਸ਼ਨ ਸਿੰਘ ਜੀ ਨੂੰ, ਬੜੀ ਨਿਮਰਤਾ ਦੇ ਵਿੱਚ ਆ ਕੇ ਕਹਿਣ ਲੱਗੇ, ਮਹਾਰਾਜ ਵੀ ਅੱਜ ਇੱਕ ਮੰਗ ਹੈ, ਇੱਕ ਖਾਸ਼ ਹੈ। ਅਤੇ ਬਾਬਾ ਬਿਸ਼ਨ ਸਿੰਘ ਜੀ ਕਹਿਣ ਲੱਗੇ ਵੀ ਦੱਸੋ। ਕਹਿਣ ਲੱਗੇ ਵੀ ਜਿਹੜੀ ਸਵੇਰੇ ਚੱਕੀ ਤੁਸੀਂ ਆਟਾ ਪੀਂਦੇ ਹੋ ਨਾ ਜੀ, ਬਾਬਾ ਬਿਸ਼ਨ ਸਿੰਘ ਜੀ ਆਪ ਚੱਕੀ ਚਲਾਣੀ, ਆਟਾ ਪੀਣਾ, ਉਹਦੀ ਦੇਗ ਬਣਦੀ ਸੀ। ਐਸੇ ਮਹਾਂਪੁਰਖ ਸਨ ਪਹਿਲਾਂ। ਅਤੇ ਮਹਾਂਪੁਰਖੋ ਜੇ ਤੁਸੀਂ ਗੁੱਸਾ ਨਾ ਕਰੋ ਅਤੇ ਇਹ ਸੇਵਾ ਮੈਨੂੰ ਦੇ ਦੇਵੋ। ਅਤੇ ਬਾਬਾ ਬਿਸ਼ਨ ਸਿੰਘ ਜੀ ਜੇ ਅੱਜ ਦੇ ਕੋਈ ਸੰਤ ਵਰਗਾ ਹੁੰਦਾ ਤਾਂ ਕਹਿਣਾ ਸੀ ਤੂੰ ਗੱਦੀ ਪ੍ਰਾਪਤ ਕਰਨਾ ਚਾਹੁੰਦਾ, ਤੂੰ ਡੇਰੇ ਦਾ ਮੁਖੀ ਬਣਨਾ ਚਾਹੁੰਦਾ, ਸਾਡੀ ਸੇਵਾ ਖੋਣੀ ਚਾਹੁੰਦਾ। ਅਤੇ ਬਾਬਾ ਬਿਸ਼ਨ ਸਿੰਘ ਜੀ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਤੁਸੀਂ ਕਰ ਲਓ, ਅਸੀਂ ਕੋਈ ਹੋਰ ਸੇਵਾ ਕਰ ਲਵਾਂਗੇ। ਹੁਣ ਉਹ ਸੇਵਾ ਜਿਹੜੀ ਬਾਬਾ ਬਿਸ਼ਨ ਸਿੰਘ ਜੀ ਕਰਦੇ ਨਾ ਜੀ, ਉਹ ਸੇਵਾ ਸੰਤ ਬਾਬਾ ਪ੍ਰੇਮ ਸਿੰਘ ਜੀ ਰੋਜ਼ ਚੱਕੀ ਚਲਾਣੀ, ਆਟਾ ਪੀਣਾ, ਉਹਦੀ ਦੇਗ ਬਣਨੀ ਅਤੇ ਫਿਰ ਸਾਧ ਸੰਗਤ 'ਚ ਵਰਤਾਣੀ। ਐਸੇ ਉਹ ਮਹਾਂਪੁਰਖ ਸਨ। ਅਤੇ ਮਾਫ਼ ਕਰਨਾ, ਅੱਜ ਦੇ ਮਹਾਂਪੁਰਖ ਕਿਸੇ ਨੂੰ ਪੁੱਛ ਲਓ ਨਾ, ਮਾਮੂਲੀ ਗੱਲ ਕਹਿ ਦਿਓ ਅੱਜ ਦੇ ਕਿਸੇ ਬਾਬੇ ਨੂੰ ਵੀ ਬਾਬਾ ਜੀ ਸਾਡੇ ਘਰ ਲੰਗਰ ਛਕੋ, ਅਤੇ ਪਤਾ ਕੀ ਜਵਾਬ ਮਿਲਦਾ? ਕਹਿੰਦਾ ਵੀ ਇਹ ਸਾਲ ਤਾਂ ਸਾਰਾ ਬੁੱਕਿਆ, ਕੋਈ ਅਗਲੇ ਸਾਲ ਦੀ ਡੇਟ ਦੱਸ। ਫਿਰ ਦੱਸੋ ਜਿਹਦੇ ਬਾਬੇ ਕੋਲ ਲੰਗਰ ਛਕਣ ਦਾ ਟਾਈਮ ਨਹੀਂ, ਨਾਮ ਜਪਣ ਦਾ ਟਾਈਮ ਹੈਗਾ। ਪਰ ਇਹ ਬਾਬੇ ਐਸੇ ਨਹੀਂ ਸਨ। ਸੰਤ ਬਾਬਾ ਪ੍ਰੇਮ ਸਿੰਘ ਜੀ ਚੱਕੀ ਆਪ ਚਲਾਉਂਦੇ ਨੇ, ਆਟਾ ਪੀਂਦੇ ਨੇ। ਅਤੇ ਕਹਿੰਦੇ ਨੇ ਇੱਕ ਦਿਨ ਐਸਾ ਆਇਆ, ਚੱਕੀ ਚਲਾ ਰਹੇ ਨੇ ਅਤੇ ਸੁਰਤ ਜੁੜ ਗਈ ਨਿਰੰਕਾਰ ਦੇ ਨਾਲ। ਅਤੇ ਉੱਧਰੋਂ ਦੇਗ ਤਿਆਰ ਹੋਣੀ ਹੈ, ਦੇਗ ਬਣਨੀ ਹੈ, ਅਤੇ ਬਾਬਾ ਜੀ ਉਡੀਕ ਕਰ ਰਹੇ ਨੇ ਵੀ ਕਦੋਂ ਪ੍ਰੇਮ ਸਿੰਘ ਆਵੇ ਅਤੇ ਦੇਗ ਸਜਾਈ ਜਾਵੇ। ਅਤੇ ਜਦੋਂ ਦੇਖਿਆ ਨਾ ਵੀ ਆਏ ਨਹੀਂ ਪ੍ਰੇਮ ਸਿੰਘ, ਪਹਿਲਾਂ ਸੇਵਾਦਾਰ ਨੂੰ ਭੇਜਿਆ ਵੀ ਜਾਓ ਜਾ ਕੇ ਦੇਖੋ। ਜਦੋਂ ਸੇਵਾਦਾਰ ਆ ਕੇ ਦੇਖਦਾ ਅਤੇ ਉਹ ਦੇਖਦਾ ਵੀ ਅੰਦਰ ਤੇ ਜਗਮਗ ਹੋਇਆ ਪਿਆ, ਨੂਰੋ ਨੂਰ ਹੋਇਆ ਪਿਆ, ਇੱਕਮਿਕ ਹੋਏ ਪਏ ਨੇ, ਨਿਰੰਕਾਰ ਦੇ ਨਾਲ ਜੁੜੇ ਨੇ, ਨੇਤਰ ਬੰਦ ਨੇ। ਕਹਿਣ ਲੱਗੇ ਮਹਾਰਾਜ ਇਹ ਤੇ ਆਪ ਹੀ ਆ ਕੇ ਜਾ ਕੇ ਦੇਖੋ ਅਤੇ ਦੇਖੋ।
ਤੇ ਜਦੋਂ ਆਪ ਆਏ ਨਾ ਸੰਤ ਬਾਬਾ ਬਿਸ਼ਨ ਸਿੰਘ ਜੀ, ਦੇਖਿਆ ਨੇਤਰ ਬੰਦ ਨੇ, ਕਹਿ ਲੱਗੇ ਪੁੱਤਰ ਪ੍ਰੇਮ ਸਿੰਘ, ਗੁਰੂ ਸਾਹਿਬ ਵਾਸਤੇ ਦੇਗ ਤਿਆਰ ਹੋਣੀ ਹੈ, ਦੇਗ ਸਜਾਣੀ ਹੈ। ਤੇ ਨਾਲ ਗਲੇ ਨਾਲ ਲਗਾ ਲਿਆ, ਕਹਿਣ ਲੱਗੇ ਇੰਨੀਆਂ ਉੱਚੀਆਂ ਉਡਾਰੀਆਂ ਦਾ ਮਾਲਕ ਹੈ ਪ੍ਰੇਮ ਸਿਆਂ। ਤੇ ਬਾਬਾ ਪ੍ਰੇਮ ਸਿੰਘ ਜੀ ਨੇ ਹੱਥ ਜੋੜੇ, ਕਹਿਣ ਲੱਗੇ ਮਹਾਰਾਜ ਮੈਨੂੰ ਕੁਝ ਨਹੀਂ ਆਉਂਦਾ, ਮੈਨੂੰ ਕੁਝ ਨਹੀਂ ਪਤਾ, ਇਹ ਸਾਰੀਆਂ ਦਾਤਾਂ ਤੁਹਾਡੀਆਂ ਹੀ ਨੇ। ਨੇਤਰ ਬੰਦ ਹੋਣੇ ਤੇ ਕਹਿੰਦੇ ਚੱਕੀ ਆਪਣੇ ਆਪ ਚੱਲਣੀ। ਅੱਜ ਵੀ ਜਦੋਂ ਬੇਗੋਵਾਲ ਦੇ ਵਿੱਚ ਬਰਸੀ ਮਨਾਈ ਜਾਂਦੀ ਹੈ ਨਾ, ਇੱਕ ਬੜੀ ਵੱਡੀ ਫੋਟੋ ਪਿੱਛੇ ਲਾਈ ਜਾਂਦੀ ਹੈ ਚੱਕੀ ਚੱਲਣ ਵਾਲੀ, ਸੰਤ ਬਾਬਾ ਪ੍ਰੇਮ ਸਿੰਘ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਉਹ ਏਡੀ ਵੱਡੀ ਮਹਾਨ ਸ਼ਖਸੀਅਤ। ਤੇ ਫਿਰ ਸਾਧ ਸੰਗਤ ਜੀ ਜਦੋਂ ਆਏ ਨੇ, ਉਦੋਂ 15 ਸਾਲ ਦੀ ਉਮਰ, ਕਿਸੇ ਨੇ 13 ਸਾਲ ਦੀ ਲਿਖਿਆ ਡੇਰੇ ਦੇ ਵਿੱਚ। ਪਰ ਜਦੋਂ 1905 ਦੇ ਵਿੱਚ ਗੁਰਗੱਦੀ ਦਿੱਤੀ ਨਾ, 23 ਸਾਲ ਦੀ ਉਮਰ ਸੀ ਸਿਰਫ ਸੰਤ ਬਾਬਾ ਪ੍ਰੇਮ ਸਿੰਘ। ਹੁਣ 23 ਸਾਲ ਦੀ ਉਮਰ ਦੇ ਵਿੱਚ ਤਾਂ ਅੱਜ ਤੱਕ ਕੁੜੀ ਮੁੰਡੇ ਦਾ ਵਿਆਹ ਨਹੀਂ ਹੁੰਦਾ। ਤੇ ਉਹਨੂੰ ਗੱਦੀ ਦੇ ਦਿੱਤੀ, ਉਹਨੂੰ ਡੇਰੇ ਤੇ ਬਿਠਾ ਦਿੱਤਾ, ਬਾਗਡੋਰ ਸੰਭਾਲ ਦਿੱਤੀ। ਜਿਹੜੇ ਪਹਿਲਾਂ ਆਏ ਸਨ ਨਾ ਸੰਤ ਬਾਬਾ ਪ੍ਰੇਮ ਸਿੰਘ ਨਾਲ, ਉਹਨਾਂ ਨੇ ਗੱਲਾਂ ਕੀਤੀਆਂ, ਲਾ ਜੇ ਕੱਲ੍ਹ ਆਇਆ ਤੇ ਇਹਨੂੰ ਡੇਰੇ ਦਾ ਮੁਖੀ ਬਣਾਤਾ, ਇਹ ਡੇਰਾ ਕਿੱਦਾਂ ਚਲਾਏਗਾ। ਤੇ ਸੰਤ ਬਾਬਾ ਬਿਸ਼ਨ ਸਿੰਘ ਜੀ ਕਹਿਣ ਲੱਗੇ ਸਾਡਾ ਸਰੀਰ ਨਹੀਂ ਰਹਿਣਾ, ਪਰ ਤੁਸੀਂ ਦੇਖੋਗੇ ਇਹ ਚੜ੍ਹਦੇ ਸੂਰਜ ਤੋਂ ਲੈ ਕੇ ਛਪਦੇ ਸੂਰਜ ਤੱਕ ਡੇਰੇ ਦਾ ਨਾਮ ਰੋਸ਼ਨ ਕਰੇਗਾ। ਤੇ ਥੋੜ੍ਹਾ ਜਿਹਾ ਮੁਰਾਲੇ ਦੇ ਵਿੱਚ ਆ ਜਾਓ। ਜਿਹੜਾ ਮੁਰਾਲਾ ਅੱਜ ਵੀ ਪਛੜਿਆ ਹੋਇਆ ਇਲਾਕਾ ਪਾਕਿਸਤਾਨ ਦੇ ਵਿੱਚ ਨਾ ਜੀ, ਕੋਈ ਵਧੀਆ ਫਾਰਵਰਡ ਏਰੀਆ ਨਹੀਂ ਹੈ ਮੁਰਾਲੇ ਦਾ। ਅੱਜ ਵੀ ਉੱਥੇ ਨਾ ਜੀ ਮੱਖੀ ਦੇ ਨਾਲੋਂ ਮੋਟਾ ਮੱਛਰ ਹੈ ਉਸ ਇਲਾਕੇ ਦੇ ਵਿੱਚ, ਪਛੜਿਆ ਹੋਇਆ ਏਰੀਆ, ਕੋਈ ਵਿਕਸਿਤ ਏਰੀਆ ਨਹੀਂ। ਤੇ ਆ ਬਿਜਲੀ ਦੇ ਪੱਖੇ ਬੰਦ ਨੇ, ਇਹ ਕਾਰਖਾਨੇ ਨੇ ਉੱਧਰ। ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉੱਥੇ ਮੁਰਾਲੇ ਦੇ, ਉਹ ਦੱਸਦੇ ਨੇ। ਤੇ ਮੁਰਾਲੇ ਡੇਰੇ ਦੇ ਵਿੱਚ ਇੱਕ ਛੋਟਾ ਜਿਹਾ ਕਮਰਾ ਹੋਵੇ, ਥੋੜ੍ਹਾ ਜਿਹਾ ਅਨੁਭਵ ਕਰੋ ਕਿ ਕੈਸੀ ਸ਼ਖਸੀਅਤ। ਇੱਕ ਛੋਟਾ ਜਿਹਾ ਕਮਰਾ ਹੋਵੇ, ਪਤਾ ਨਹੀਂ ਥੱਲੇ ਕੋਈ ਭੂਰਾ ਵੀ ਵਿਛਾਣੂ ਹੈ, ਕੋਈ ਵਿਛਾਈ ਵੀ ਹੈ ਕਿ ਨਹੀਂ, ਉੱਪਰ ਕੁਝ ਲੈਣ ਨੂੰ ਵੀ ਹੈ ਕਿ ਨਹੀਂ। ਇੱਕ ਛੋਟੇ ਜਿਹੇ ਕਮਰੇ ਵਿੱਚ 3 ਬ੍ਰਹਮ ਗਿਆਨੀ, ਇੱਕ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਜਿਹੜੇ ਕਹਿੰਦੇ ਆ, ਇੱਕ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਤੇ ਤੀਸਰੇ ਸੰਤ ਭਾਗ ਸਿੰਘ ਜੀ ਠੱਠੇ ਟਿੱਬੇ ਵਾਲੇ। ਇਹ 3 ਇੱਕੋ ਸਮੇਂ ਇੱਕ ਕਮਰੇ ਦੇ ਵਿੱਚ ਰਹਿੰਦੇ ਸਨ। ਤੇ ਤੁਸੀਂ ਦੇਖੋ ਕਿ ਉਸ ਕਮਰੇ ਦੀ ਆਬੋ ਹਵਾ ਕੈਸੀ ਹੋਵੇਗੀ, ਜਿੱਥੇ 3 ਬ੍ਰਹਮ ਬਿਰਤੀ ਵਾਲੇ, ਬ੍ਰਹਮ ਗਿਆਨ ਵਾਲੇ 3 ਸ਼ਖਸੀਅਤਾਂ ਰਹਿੰਦੀਆਂ ਹੋਣਗੀਆਂ ਕਮਰੇ ਦੇ ਵਿੱਚ ਇਕੱਠੀਆਂ। ਤੇ ਉੱਥੇ ਕਹਿੰਦੇ ਨੇ ਜਦੋਂ ਫਿਰ ਇਹ ਜਿਹੜਾ ਸਮਾਂ ਆਇਆ ਨਾ, ਮੁਰਾਲੇ ਦੀ ਸੇਵਾ ਦੇ ਦਿੱਤੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਨੂੰ, ਇਸ ਡੇਰੇ ਦੀ। ਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਉਹ ਕਹਿਣ ਲੱਗੇ ਮਹਾਂਪੁਰਖੋ, ਗੁਰਬਾਣੀ ਦੀ ਸੇਵਾ ਕਰਨ ਦੀ, ਗੁਰਬਾਣੀ ਦੀ ਸੰਥਿਆ ਦੇਣ ਦੀ, ਗੁਰਬਾਣੀ ਦੀ ਸਿਖਲਾਈ ਦੇਣ ਦੀ, ਇਹ ਸੇਵਾ ਦਾਸ ਨੂੰ ਦੇ ਦਿਓ। ਤੇ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੂੰ ਇਹ ਸੇਵਾ ਮਿਲ ਗਈ। ਤੇ ਸਾਧ ਸੰਗਤ ਸੰਤ ਭਾਗ ਸਿੰਘ ਜੀ ਕਾਰ ਸੇਵਾ ਦੀ ਸੇਵਾ ਮਿਲ ਗਈ। ਤੇ ਜਦੋਂ ਆਪ ਜੀ ਉਸ ਵੇਲੇ ਆਏ ਨੇ ਨਾ ਜੀ ਉਸ ਅਸਥਾਨ 'ਤੇ, ਡੇਰੇ ਦੇ ਸਿਰ 'ਤੇ ਸੀ ਕਰਜ਼ਾ। ਕਹਿੰਦੇ ਨੇ ਪਹਿਲੀ ਜਦੋਂ ਬਰਸੀ ਮਨਾਈ ਗਈ ਨਾ ਜੀ, ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਤਕਰੀਰ ਕੀਤੀ, ਕਹਿਣ ਲੱਗੇ ਡੇਰਾ ਹੋਵੇ ਤੇ ਡੇਰੇ 'ਤੇ ਕਰਜ਼ਾ ਹੋਵੇ, ਇਹ ਸ਼ੁਭਦਾ ਨਹੀਂ। ਇੱਕੋ ਦਿਨ ਵਿੱਚ ਸਾਰਾ ਕਰਜ਼ਾ ਉਤਾਰ ਦਿੱਤਾ, ਜਿੰਨਾ ਸੀ ਨਾ ਜੀ ਉਧਾਰ ਲਿਆ ਕਿਸੇ ਕੋਲੋਂ, ਇੱਕੋ ਦਿਨ ਵਿੱਚ ਸਾਰਾ ਕਰਜ਼ਾ। ਐਸੀ ਸ਼ਖਸੀਅਤ। ਤੇ ਮੈਂ ਤੁਹਾਨੂੰ ਅਜੇ ਤੱਕ ਮੁਰਾਲੇ ਵਿੱਚ ਹੀ ਰੱਖਣਾ, ਫਿਰ ਬੇਗੋਵਾਲ ਲੈ ਕੇ ਆਉਣਾ ਵਾ। ਮੁਰਾਲੇ ਦੇ ਵਿੱਚ ਰਹਿੰਦਿਆਂ ਇੱਕ ਦੇਖਿਆ ਵੀ ਇੱਕ ਸੇਠ ਦੇ ਕੋਲ ਕੋਈ ਵਿਅਕਤੀ ਗਿਆ, ਸ਼ਾਹੂਕਾਰ ਦੇ ਕੋਲ, ਕਹਿਣ ਲੱਗਾ ਵੀ ਲਾਲਾ ਜੀ ਮੇਰੀ ਚਿੱਠੀ ਲਿਖ ਦਿਓ, ਮੇਰੀ ਧੀ ਰਹਿੰਦੀ ਆ ਇੱਥੋਂ ਥੋੜ੍ਹੇ ਦੂਰ। ਤੇ ਲਾਲਾ ਕਹਿੰਦਾ ਮੈਂ ਚਿੱਠੀ ਨਹੀਂ ਲਿਖ ਸਕਦਾ। ਕਹਿਣ ਲੱਗੇ ਵੀ ਕਿਉਂ? ਕਹਿਣ ਲੱਗਾ ਮੇਰੇ ਪੈਰ ਵਿੱਚ ਦਰਦ ਹੈ। ਤੇ ਉਹ ਕਹਿਣ ਲੱਗੇ ਜੀ ਦਰਦ ਤੇਰੇ ਪੈਰ ਵਿੱਚ, ਚਿੱਠੀ ਹੱਥ ਦੇ ਨਾਲ ਲਿਖਣੀ ਹੈ। ਤੇ ਲਾਲਾ ਕਹਿੰਦਾ ਵੀ ਗੱਲ ਚਿੱਠੀ ਲਿਖਣ ਦੀ ਨਹੀਂ, ਅੱਜ ਜਿਹੜੀ ਚਿੱਠੀ ਲਿਖਣੀ ਹੈ ਪੜ੍ਹਨੀ ਵੀ ਮੈਨੂੰ ਹੀ ਜਾ ਕੇ ਪੈਣੀ ਹੈ। ਤੇ ਉੱਥੇ ਕੋਈ ਪੜ੍ਹਨ ਵਾਲਾ ਕੋਈ ਨਹੀਂ, ਅਨਪੜ੍ਹਤਾ ਸੀ ਨਾ ਜੀ। ਤੇ ਬਾਬਾ ਪ੍ਰੇਮ ਸਿੰਘ ਜੀ ਨੇ ਦੇਖਿਆ ਵੀ ਲੋਕ ਬੱਚੀਆਂ ਨੂੰ ਸਕੂਲਾਂ ਵਿੱਚ ਨਹੀਂ ਸਨ ਭੇਜਦੇ, ਵੀ ਨਹੀਂ ਇਹਨਾਂ ਨੂੰ ਪੜ੍ਹਾਉਣਾ ਨਹੀਂ, ਅਨਪੜ੍ਹਤਾ। ਤੇ ਬਾਬਾ ਪ੍ਰੇਮ ਸਿੰਘ ਜੀ ਨੇ ਬੜੀ ਸੁੰਦਰ ਉਦਾਹਰਣ ਦਿੱਤੀ। ਕਹਿੰਦੇ ਜਦੋਂ ਆ ਜੀਰੀ ਲਗਾਈ ਦੀ ਹੈ ਨਾ, ਝੋਨਾ ਲਗਾਈ ਦਾ, ਤੇ ਪਹਿਲਾਂ ਕਿਵੇਂ ਸਾਧ ਸੰਗਤ ਉਹ ਬੀਜਦੇ ਨੇ, ਪੰਜੀਰੀ ਬੀਜਦੇ ਨੇ, ਕੀ ਕਹਿੰਦੇ ਨੇ ਉਹਨੂੰ, ਫਿਰ ਪੁੱਟ ਕੇ ਦੂਸਰੇ ਖੇਤ ਚਲਾਉਂਦੇ ਨੇ। ਕਹਿਣ ਲੱਗੇ ਧੀਆਂ ਨੇ ਅੱਗੇ ਜਾ ਕੇ ਘਰ ਵਸਾਉਣਾ, ਧੀਆਂ ਨੂੰ ਪੜ੍ਹਾਓ,
ਤੇ ਬਾਬਾ ਜੀ ਨੇ ਨਾ ਸਕੂਲ ਖੋਲ੍ਹੇ। ਆ ਮੇਰੇ ਵੀਰ ਜੀ ਇਸ਼ਾਰਾ ਕਰਕੇ ਗਏ ਨੇ ਗਿਆਨੀ ਚੇਤ ਸਿੰਘ ਜੀ ਦਾ। ਗਿਆਨੀ ਚੇਤ ਸਿੰਘ ਜੀ ਉਹ ਮਹਾਨ ਸ਼ਖਸੀਅਤ ਹੋਏ ਨੇ ਜਿਹੜੇ ਅੱਜ ਦੀ ਹਿਸਟਰੀ ਦੇ ਵਿੱਚ ਸਭ ਤੋਂ ਲੰਬਾ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਰਹੇ ਨੇ ਅੱਜ ਤੱਕ ਦਾ, ਜਿਹੜੇ ਬਾਅਦ ਕੁਝ ਸਮਾਂ ਅਕਾਲ ਤਖਤ ਦੇ ਜਥੇਦਾਰ ਵੀ ਰਹੇ। ਉਹਨਾਂ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਜੀਵਨ ਲਿਖਿਆ। ਤੁਸੀਂ ਆਪ ਅੰਦਾਜ਼ਾ ਲਗਾਓ ਵੀ ਇੱਕ ਦਰਬਾਰ ਸਾਹਿਬ ਜੀ ਦਾ ਹੈੱਡ ਗ੍ਰੰਥੀ ਤੇ ਅਕਾਲ ਤਖਤ ਦੀ ਸੇਵਾ ਨਿਭਾਉਣ ਵਾਲਾ ਜਿਸ ਦਾ ਜੀਵਨ ਲਿਖਿਆ ਉਹ ਕਿੰਨਾ ਕੁ ਮਹਾਨ ਹੋਵੇਗਾ ਜਿਹਦਾ ਜੀਵਨ ਲਿਖਿਆ ਜਾ ਰਿਹਾ। ਕਿਉਂਕਿ ਗਿਆਨੀ ਚੇਤ ਸਿੰਘ ਜੀ ਆਪ ਕਹਿੰਦੇ ਨੇ ਵੀ ਬਾਬਾ ਪ੍ਰੇਮ ਸਿੰਘ ਦੀ ਬਦੌਲਤੀ ਜਦੋਂ ਭਖੜੇ ਵਾਲੀ ਗਏ ਸਨ ਨਾ ਸੰਤ ਬਾਬਾ ਪ੍ਰੇਮ ਸਿੰਘ ਜੀ ਪਿੰਡ ਭਖੜੇ ਵਾਲੀ, ਤੇ ਉਦੋਂ ਗਿਆਨੀ ਚੇਤ ਸਿੰਘ ਜੀ ਕਹਿੰਦੇ ਮੈਂ 5ਵੀਂ ਵਿੱਚ ਪੜ੍ਹਦਾ ਸਾਂ ਤੇ ਕਹਿੰਦੇ ਮੈਂ ਕਿਹਾ ਬਾਬਾ ਜੀ ਮੇਰਾ ਪੜ੍ਹਨ ਵਿੱਚ ਮਨ ਕੋ ਨਹੀਂ, ਆਪਣੇ ਨਾਲ ਹੀ ਲੈ ਚਲੋ। ਤੇ ਬਾਬਾ ਪ੍ਰੇਮ ਸਿੰਘ ਜੀ ਆਪਣੀ ਘੋੜੀ ਤੇ ਪਿੱਛੇ ਬਿਠਾ ਕੇ ਨਾ ਨਾਲ ਹੀ ਲੈ ਆਏ ਉਹਨਾਂ ਨੂੰ। ਮਾਂ ਪਿਓ ਨੇ ਆਖਿਆ, ਕਹਿਣ ਲੱਗੇ ਵੀ ਨਹੀਂ ਇਹਨੇ ਪੜ੍ਹਨਾ ਨਹੀਂ, ਇਹ ਪੜ੍ਹਾਈ ਨਹੀਂ ਕਰਨੀ, ਨੇ ਆਹ ਪੜ੍ਹਾਈ ਕਰਨੀ। ਤੇ ਸਾਧ ਸੰਗਤ ਜੀ ਉਹਨਾਂ ਤੋਂ ਵਰਸੋਏ ਹੋਏ, ਤੇ ਉਹਨਾਂ ਤੋਂ ਵਰਸੋਏ ਹੋਏ ਸਾਧ ਸੰਗਤ ਜੀ ਇੱਕ ਮੁਸਲਮਾਨ ਅਕਾਊਂਟੈਂਟ ਸੀ। ਉਹ ਆਂਦਾ ਸੀ ਜਿਹੜਾ ਕਿ ਪਾਕਿਸਤਾਨ ਦੇ ਭੁੱਟੋ ਦੇ ਸਮੇਂ ਨਾ ਜੀ ਉੱਥੇ ਦਾ ਸਾਧ ਸੰਗਤ ਜੀ ਰਾਸ਼ਟਰਪਤੀ ਬਣਿਆ, ਫਜ਼ਲ ਇਲਾਹੀ। ਇਹ ਡੇਰੇ ਦੇ ਵਿੱਚ ਅਕਾਊਂਟੈਂਟ ਦੀ ਸੇਵਾ ਕਰਦਾ ਸੀ। ਉਹਦੇ ਕਮਰੇ ਵਿੱਚ ਜਦੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਫੋਟੋ ਦੇਖੀ ਨਾ, ਪੁੱਛਿਆ ਵੀ ਇਹਨਾਂ ਮਹਾਂਪੁਰਖਾਂ ਦੀ ਫੋਟੋ, ਕਹਿਣ ਲੱਗਾ ਵੀ ਮੈਂ ਇਹਨਾਂ ਦੇ ਡੇਰੇ ਵਿੱਚ ਸੇਵਾ ਕਰਦਾ ਸਾਂ, ਅੱਜ ਰਾਸ਼ਟਰਪਤੀ ਬਣਿਆ ਤਾਂ ਸੰਤ ਬਾਬਾ ਪ੍ਰੇਮ ਸਿੰਘ ਦੀ ਬਦੌਲਤ ਬਣਿਆ। ਇੱਕ ਜੈਕਾਰਾ ਹੋਵੇ ਜੀ ਮਹਾਂਪੁਰਖਾਂ ਵਾਸਤੇ। ਤੇ ਸਾਧ ਸੰਗਤ ਜੀ ਗਿਆਨੀ ਚੇਤ ਸਿੰਘ ਜੀ ਜਿਹੜੇ ਬਹੁਤ ਸਮਾਂ ਮਹਾਂਪੁਰਖਾਂ ਦੇ ਨਾਲ ਰਹੇ ਤੇ ਸਤਿਕਾਰ ਕਿੰਨਾ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਜੀ ਦਾ। ਜਦੋਂ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਲੱਗੇ ਨਾ ਗਿਆਨੀ ਚੇਤ ਸਿੰਘ ਜੀ, ਤੇ ਬਾਬਾ ਪ੍ਰੇਮ ਸਿੰਘ ਜੀ ਆਏ ਦਰਬਾਰ ਸਾਹਿਬ ਦਰਸ਼ਨ ਕਰਨ ਤੇ ਚਾਬੀ ਦੇ ਦਿੱਤੀ, ਪਿਆ ਲਓ ਮਹਾਂਪੁਰਖੋ ਤੁਸੀਂ ਕਮਰੇ ਵਿੱਚ ਜਾ ਕੇ ਬੈਠੋ ਤੇ ਮੈਂ ਸੇਵਾ ਨਿਭਾ ਕੇ ਫਿਰ ਆਵਾਂਗਾ। ਗਿਆਨੀ ਚੇਤ ਸਿੰਘ ਕਹਿੰਦੇ ਜਦੋਂ ਮਹਾਂਪੁਰਖ ਆ ਕੇ ਬੈਠੇ ਸਨ ਨਾ ਜੀ ਕਮਰੇ ਦੇ ਵਿੱਚ, ਗਿਆਨੀ ਚੇਤ ਸਿੰਘ ਆਏ ਤੇ ਹਮੇਸ਼ਾ ਅੱਗੇ ਮਹਾਂਪੁਰਖਾਂ ਨੂੰ ਨਮਸਕਾਰ ਕੇ ਥੱਲੇ ਬੈਠ ਜਾਂਦੇ ਸਨ ਗਿਆਨੀ ਚੇਤ ਸਿੰਘ ਜੀ। ਤੇ ਕਹਿੰਦੇ ਨੇ ਅੱਜ ਸੰਤ ਬਾਬਾ ਪ੍ਰੇਮ ਸਿੰਘ ਜੀ ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਬੇਟਾ ਤੂੰ ਹੁਣ ਉਹ ਚੇਤ ਸਿੰਘ ਨਹੀਂ ਰਿਹਾ, ਤੂੰ ਹੁਣ ਸਿੰਘ ਸਾਹਿਬ ਬਣ ਗਿਆ, ਤੇਰੀ ਪਦਵੀ ਸਾਡੇ ਤੋਂ ਕਿਧਰੇ ਉੱਚੀ ਹੈ, ਅੱਜ ਤੂੰ ਥੱਲੇ ਨਹੀਂ ਪਲੰਗ ਦੇ ਨਾਲ ਬੈਠੇਗਾ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ। ਜਦੋਂ ਪਾਕਿਸਤਾਨ ਵੀ ਛੱਡਿਆ ਨਾ ਜੀ, ਤੇ ਬਾਬਾ ਪ੍ਰੇਮ ਸਿੰਘ ਜੀ ਕਹਿੰਦੇ ਸਨ ਬਾਕੀ ਭਾਵੇਂ ਸਭ ਕੁਝ ਰਹਿ ਜਾਵੇ ਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛੱਡ ਕੇ ਨਹੀਂ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਤੇ ਇੱਕ ਚੌਰ ਸਾਹਿਬ ਤੇ ਇੱਕ ਪੀੜਾ ਸਾਹਿਬ, ਕਹਿੰਦੇ ਭਾਵੇਂ ਤਨ ਦੇ ਵਸਤਰ ਰਹਿ ਜਾਣ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਛੱਡ ਕੇ ਜਾਵਾਂਗੇ। ਇਹ ਨਹੀਂ ਵੀ ਇੱਧਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀਆਂ ਵੱਜਦੇ ਹੋਣ ਤੇ ਉਹ ਹੱਥ ਖੜੇ ਕਰਕੇ ਤੇ ਬਾਹਰ ਆ ਜਾਣ ਆਪਣੀ ਜਾਨ ਬਚਾ ਕੇ। ਐਸੇ ਸੰਤ ਨਹੀਂ ਸਨ। 84 ਦੇ ਵਿੱਚ ਕੀ ਹੋਇਆ ਤੁਸੀਂ ਦੇਖਿਆ ਨਾ, ਅਕਾਲ ਤਖਤ ਸਾਹਿਬ ਢਹਿ ਢੇਰੀ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਨੂੰ ਗੋਲੀਆਂ ਵੱਜੀਆਂ। ਪਰ ਜਿਨ੍ਹਾਂ ਦੇ ਕੋਲ ਕੇਵਲ ਚੌਧਰ, ਜਿਨ੍ਹਾਂ ਨੂੰ ਕੇਵਲ ਪ੍ਰਧਾਨਗੀਆਂ ਚਾਹੀਦੀਆਂ ਸਨ, ਚੌਧਰ ਚਾਹੀਦੇ ਸੀ, ਹੱਥ ਖੜੇ ਕਰਕੇ ਆ ਗਏ, ਮਹਾਰਾਜ ਦੀ ਪਰਵਾਹ ਨਹੀਂ ਕੀਤੀ। ਪਰ ਮਹਾਂਪੁਰਖ ਕਹਿਣ ਲੱਗੇ ਪਏ ਇਹ ਅਸੀਂ ਨਾਲ ਲੈ ਕੇ ਆਵਾਂ। ਆਜੋ ਮਰਾਲੇ ਦੇ ਵਿੱਚ ਹੀ ਆਜੋ, ਮੈਂ ਟਾਈਮ ਸਿਰ ਸਮਾਪਤੀ ਕਰ ਦੇਣੀ। ਮਰਾਲੇ ਦੇ ਵਿੱਚ ਰਹਿ ਕੇ ਨਾ ਜੀ ਕਹਿੰਦੇ ਘੋੜੀ 'ਤੇ ਸਫ਼ਰ ਕਰਦੇ ਸਨ, ਬਹੁਤ ਵਧੀਆ ਘੋੜ ਸਵਾਰ ਸਨ। ਸੰਤ ਬਾਬਾ ਜਰਨੈਲ ਸਿੰਘ ਜੀ ਦਾ ਅਤੇ ਰਿਵਾਲਵਰ ਪਿਸਤੌਲ ਦਾ ਜ਼ਿਕਰ ਬਹੁਤ ਹੋਇਆ, ਪਰ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਬਹੁਤ ਘੱਟ ਹੋਇਆ। ਮੁਰਾਲੇ ਵਰਗੇ ਏਰੀਏ ਦੇ ਵਿੱਚ ਰਹਿਣਾ, ਪਿਸਤੌਲ ਹਰ ਵੇਲੇ ਗਲ 'ਚ ਪਾ ਕੇ ਰੱਖਦੇ ਸਨ, ਘੋੜੀ 'ਤੇ ਜਾਣਾ। ਅਤੇ ਕਹਿੰਦੇ ਜਦੋਂ ਦੂਰੋਂ ਦੇਖਦੇ ਸਨ ਵੀ ਬਾਬਾ ਆ ਗਿਆ, ਪ੍ਰੇਮ ਸਿੰਘ ਆ ਗਿਆ, ਲੋਕ ਹੁੱਕੇ ਪੀਂਦੇ ਸਨ, ਹੁੱਕੇ ਸੁੱਟ ਦਿੰਦੇ ਸਨ, ਲੁਕੋ ਦਿੰਦੇ ਸਨ ਵੀ ਬਾਬਾ ਜੀ ਆ ਗਏ ਨੇ, ਪ੍ਰੇਮ ਸਿੰਘ ਜੀ ਆ ਗਏ, ਹੁੱਕੇ ਪੀਣੇ ਸੁੱਟਦੇ ਨੇ ਦੂਰ। ਅਤੇ ਇੱਕ ਦਿਨ ਕੀ ਦੇਖਿਆ ਵੀ ਕੁਝ ਮਿਲ ਕੇ ਨਾ ਜੀ ਸ਼ਰਾਬ ਪੀ ਰਹੇ ਨੇ। ਸ਼ਾਮ ਦਾ ਵੇਲਾ ਪਿੰਡਾਂ 'ਚ ਢਾਣੀਆਂ ਬਣੀਆਂ ਹੁੰਦੀਆਂ ਨਾ, ਬਾਬਾ ਜੀ ਨੇ ਉੱਥੇ ਜਾ ਕੇ ਘੋੜੀ ਖੜੀ ਕਰ ਦਿੱਤੀ। ਘੋੜੀ ਤੂਤਰੇ ਤੇ ਜਿਹੜੀ ਸਰਾਈ ਸੀ ਨਾ ਸ਼ਰਾਬ ਵਾਲੀ, ਲੱਤ ਮਾਰੀ ਤੇ ਸੁੱਟ ਦਿੱਤੀ, ਰੋੜ ਦਿੱਤੀ। ਕੁੱਤਾ ਆਇਆ ਤੇ ਸੁੰਘ ਕੇ ਚਲਾ ਗਿਆ। ਬਾਬਾ ਪ੍ਰੇਮ ਸਿੰਘ ਜੀ ਕਹਿਣ ਲੱਗੇ ਉਹ ਜਿਹਨੂੰ ਕੁੱਤੇ ਵੀ ਨਹੀਂ ਪੀਂਦੇ ਉਹ ਪੀਂਦੇ ਹੋ। ਤੇ ਕਹਿਣ ਲੱਗੇ ਬਾਬਾ ਜੀ ਅੱਜ ਤੂੰ ਨਹੀਂ ਪੀਵਾਂਗੇ, ਅੱਜ ਤੂੰ ਤੋਬਾ। ਫਿਰ ਬਾਬਾ ਜੀ ਨੇ ਉੱਥੇ ਸਕੂਲ ਖੋਲ੍ਹੇ। ਸਾਧ ਸੰਗਤ ਜੀ ਇਹਦੇ ਨਾਲ ਨਾਲ
ਗਿਆਨੀ ਜਸਵੰਤ ਸਿੰਘ ਜੀ ਪਰਵਾਨਾ, ਕਹਿੰਦੇ ਨੇ ਵੀ ਐਸੀ ਸ਼ਖਸੀਅਤ ਸਨ ਵੀ ਜਿਹੜੇ ਪਿੰਡ ਵਿੱਚ ਜਾਂਦੇ ਸਨ, ਜੇ ਗੁਰਦੁਆਰਾ ਨਹੀਂ ਤਾਂ ਉੱਥੇ ਗੁਰਦੁਆਰਾ ਬਣ ਜਾਂਦਾ ਸੀ। ਵੀ ਗੁਰਦੁਆਰੇ ਤੋਂ ਬਿਨਾਂ ਰਹਿ ਰਹੇ ਹੋ, ਗੁਰੂ ਤੋਂ ਬਿਨਾਂ ਰਹਿ ਰਹੇ ਹੋ। ਜਿੱਥੇ 1 ਦਿਨ ਜਾਂ 2 ਦਿਨ ਠਹਿਰਦੇ ਸਨ, ਪ੍ਰਾਇਮਰੀ ਸਕੂਲ ਬਣ ਜਾਂਦਾ ਸੀ। ਜਿੱਥੇ 4-5 ਦਿਨ ਠਹਿਰਦੇ ਸਨ, ਹਾਈ ਸਕੂਲ ਬਣ ਜਾਂਦਾ ਸੀ। ਜਿੱਥੇ ਕੋਈ ਹਫ਼ਤਾ 10 ਦਿਨ ਠਹਿਰਦੇ ਸਨ, ਕਾਲਜ ਬਣ ਜਾਂਦਾ ਸੀ। ਐਸਾ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਨਾਂ 'ਤੇ ਸੰਤ ਪ੍ਰੇਮ ਸਿੰਘ ਜੀ ਇਸਲਾਮੀਆ ਸਕੂਲ ਵੀ ਹੈ। ਮੁਸਲਮਾਨਾਂ ਨੇ ਕਿਹਾ ਬਾਬਾ ਜੀ ਆਪਣਾ ਹੀ ਬਣਾਈ ਜਾਂਦੇ ਹੋ, ਸਿੱਖਾਂ ਦਾ ਹੀ ਕਰੀ ਜਾਂਦੇ ਹੋ, ਸਾਡਾ। ਬਾਬਾ ਜੀ ਕਹਿਣ ਲੱਗੇ ਤੁਹਾਡੇ ਵੀ ਬਣਾਵਾਂਗੇ। ਉੱਥੇ ਵੀ ਬਾਬਾ ਜੀ ਨੇ ਜਾ ਕੇ ਤੇ ਫਿਰ ਸਕੂਲ ਖੋਲ੍ਹੇ। ਪਰ ਸਾਧ ਸੰਗਤ ਜੀ, ਜਦੋਂ ਦੇਸ਼ ਦੀ ਵੰਡ ਵੇਲੇ ਉਹ ਸਾਰਾ ਕੁਝ ਛੱਡਣਾ ਪਿਆ ਨਾ ਜੀ, ਤੇ ਉਸ ਵੇਲੇ ਲਾਲਾ ਮੂਸਾ ਦੇ ਕੈਂਪ ਦੇ ਵਿੱਚ ਰਹਿ ਕੇ ਜਦੋਂ ਆਏ ਨੇ, ਪਹਿਲਾਂ ਕੁਝ ਸਮਾਂ ਅੰਮ੍ਰਿਤਸਰ ਰਹੇ ਤੇ ਗਿਆਨੀ ਹਰਚਰਨ ਸਿੰਘ ਜੀ ਸਾਧ ਸੰਗਤ ਨੰਗਲ ਲੁਬਾਣੇ ਵਾਲੇ, ਉਹ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਰਹੇ ਨੇ। ਤਕਰੀਬਨ ਨੰਗਲ ਲੁਬਾਣੇ ਦੇ ਉਹਨਾਂ ਦੀ ਬੇਟੀ ਸਾਡੇ ਨਾਲ ਪੜ੍ਹਦੀ ਸੀ, ਤੇ ਅਕਸਰ ਜਦੋਂ ਅਸੀਂ ਸਕੂਲ ਦੇ ਵਿੱਚ ਸਵੇਰੇ ਪ੍ਰੇਅਰ ਹੋਣੀ ਤੇ ਉਹਨਾਂ ਦੇ ਪਿਤਾ ਜੀ ਗਿਆਨੀ ਹਰਚਰਨ ਸਿੰਘ ਜੀ ਨੇ ਆਉਣਾ, ਤੇ ਬਹੁਤ ਗੱਲਾਂ ਸਾਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਦੀਆਂ ਦੱਸਣੀਆਂ। ਇਹ ਗੱਲਾਂ ਲਿਖਤ ਦੇ ਵਿੱਚ ਨਹੀਂ ਆਈਆਂ, ਜਿਹੜੀ ਤੁਹਾਨੂੰ ਕਥਾ ਸੁਣਾ ਰਹੇ ਹਾਂ ਨਾ ਜੀ। ਇਹ ਗਿਆਨੀ ਗਿਆਨ ਸਿੰਘ ਜੀ ਜੋਗੀ, ਛੋਟੀ ਮਿਆਣੀ ਦੇ, ਨਿੱਕੀ ਮਿਆਣੀ ਦੇ, 90 ਸਾਲ ਦੀ ਉਮਰ ਤੱਕ ਆਸਾ ਦੀ ਵਾਰ ਦਾ ਕੀਰਤਨ ਕਰਦੇ ਰਹੇ ਨੇ। ਉਹ ਇੰਨੀ ਆਵਾਜ਼ ਬੁਲੰਦ। ਤੇ ਅਸੀਂ ਉਹਨਾਂ ਕੋਲ ਬੈਠਣਾ, ਤੇ ਬਾਬਾ ਜੀ ਕਹਿੰਦੇ ਸਨ ਬਾਬਾ ਜੀ ਕੋਈ ਮਹਾਂਪੁਰਖਾਂ ਦੀ ਗੱਲ ਸੁਣਾਓ। ਤੇ ਉਹਨਾਂ ਨੇ ਜਦੋਂ ਮਹਾਂਪੁਰਖਾਂ ਦੀਆਂ ਗੱਲਾਂ ਸੁਣਾਉਣੀਆਂ, ਵੀ ਇੰਨਾ ਪਿਆਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਇੰਨੀ ਭਿੱਜੀ ਹੋਈ ਆਤਮਾ। ਤੇ ਉਸੇ ਨਿੱਕੀ ਮਿਆਣੀ ਦਾ, ਨਿੱਕੀ ਮਿਆਣੀ ਤੋਂ ਇਹ ਨਾ ਸਮਝੋ ਵੀ ਨਿੱਕੀ ਜੀ ਹੋਣੀ ਹੈ, ਵੀ ਛੋਟੀ ਜੀ ਹੋਣੀ ਹੈ। ਪਿੰਡ ਦਾ ਨਾਮ ਨਿੱਕੀ ਮਿਆਣੀ ਹੈ, ਪਰ ਪਿੰਡ ਬਹੁਤ ਵੱਡਾ ਹੈ। ਨਿੱਕੀ ਮਿਆਣੀ, ਮਿਆਣੀ ਭੱਗੂਪੁਰੀਆਂ, ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਹੈ ਉਸ ਪਿੰਡ ਦੀ। ਗਿਆਨੀ ਗਿਆਨ ਸਿੰਘ ਜੀ ਜੋਗੀ, ਭਾਈ ਸੋਹਣ ਸਿੰਘ ਜੀ ਰਸੀਆ, ਤੇ ਸਾਧ ਸੰਗਤ ਜੀ ਭਾਈ ਜਸਪਾਲ ਸਿੰਘ ਜੀ ਸ਼ਾਂਤ, ਦਾਸਰਾ ਵੀ ਉਸੇ ਪਿੰਡ ਦਾ, ਨਿੱਕੀ ਮਿਆਣੀ ਦਾ। ਤੇ ਸਾਧ ਸੰਗਤ ਜੀ ਹੋਰ ਵੀ ਗੁਰੂ ਘਰ ਦੇ ਸੰਤ ਬਾਬਾ ਰੋਸ਼ਨ ਸਿੰਘ ਜੀ ਮਸਕੀਨ ਜੀ ਦੇ ਨਾਲ, ਜਿਹੜੇ ਇਸ ਵੇਲੇ ਭੁਪਿੰਦਰ ਸਿੰਘ ਨੇ ਮੇਰਾ ਖਿਆਲ ਜਿਹੜੇ ਸੇਵਾ ਕਰ ਰਹੇ ਨੇ, ਉਹ ਵੀ ਨਿੱਕੀ ਮਿਆਣੀ ਦੇ। ਜਿਹੜੇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਸਾਧ ਸੰਗਤ ਜੀ, ਉਹ ਵੀ ਇਸ ਦੇ। ਤੇ ਇਸ ਇਲਾਕੇ ਦੇ ਬੇਗੋਵਾਲ ਦਾ ਏਰੀਆ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ, ਭਾਈ ਬਲਵਿੰਦਰ ਸਿੰਘ ਜੀ ਰੰਗੀਲਾ, ਭਾਈ ਦਲੀਪ ਸਿੰਘ ਜੀ ਦਰਦੀ, ਭਾਈ ਰਾਮ ਸਿੰਘ ਜੀ ਢਾਡੀ, ਤੇ ਅਜੋਕੇ ਕੀਰਤਨੀਏ ਤੇ ਦਾਸ ਦੇ ਬੜੇ ਪਿਆਰ ਵਾਲੇ ਭਾਈ ਗੁਰਦੀਪ ਸਿੰਘ ਜੀ ਸ਼ਾਨ। ਅਸੀਂ ਕਲਾਸ ਫੈਲੋ ਹਾਂ। ਤੇ ਉਹ ਸਾਧ ਸੰਗਤ ਜੀ, ਮਹਾਂਪੁਰਖਾਂ ਦੀ ਬੜੀ ਵੱਡੀ ਪੰਥ ਨੂੰ ਦੇਣ ਹੈ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ। ਕਿੰਨੇ ਇਹਨਾਂ ਦੇ ਇਲਾਕੇ ਦੇ ਵਿੱਚੋਂ ਕੀਰਤਨੀਏ, ਕਥਾਵਾਚਕ, ਪ੍ਰਚਾਰਕ ਜਿਹੜੇ ਨੇ, ਉਹ ਸਾਧ ਸੰਗਤ ਜੀ ਸਾਨੂੰ ਸਿੱਖ ਕੌਮ ਨੂੰ ਮਿਲੇ ਨੇ। ਇਹ ਆਪ ਜੀ ਆਪ ਅੰਦਾਜ਼ਾ ਲਗਾਓ। ਜਦੋਂ ਬੇਗੋਵਾਲ ਦੇ ਵਿੱਚ ਆਏ ਨਾ ਜੀ, ਤੇ ਹੁਣ ਮੈਂ ਥੋੜ੍ਹਾ ਜਿਹਾ ਤੁਹਾਡਾ ਧਿਆਨ ਲੈ ਚੱਲਾਂ ਵਾਂ। ਬੇਗੋਵਾਲ ਦੇ ਸਾਡੇ ਦਲੀਪ ਸਿੰਘ ਜੀ ਪੱਪੂ, ਉਹਨਾਂ ਨੇ ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਬਰਸੀ ਮਨਾਉਣੀ ਸ਼ੁਰੂ ਕੀਤੀ ਸੀ ਮਹਾਂਪੁਰਖਾਂ ਦੀ, ਕੋਈ ਅੱਜ ਤੋਂ 15-16 ਸਾਲ ਪਹਿਲਾਂ, ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਂਗ ਟਹਾਲ ਦੇ ਵਿੱਚ। ਫਿਰ ਬਾਅਦ ਵਿੱਚ ਸਿੰਘ ਸਭਾ ਗੁਰਦੁਆਰਾ, ਪਾਰਕ ਐਵਨਿਊ, ਹੈਵਲਕ ਰੋਡ, ਜਗ੍ਹਾ ਜਗ੍ਹਾ 'ਤੇ ਇੰਗਲੈਂਡ ਦੇ ਵਿੱਚ, ਲੈਸਟਰ ਦੇ ਵਿੱਚ, ਵੁਲਵਰਹੈਂਪਟਨ ਦੇ ਵਿੱਚ, ਸਮੈਥਕ ਦੇ ਵਿੱਚ ਸਾਡੇ ਵੀਰ, ਇੱਥੇ ਸਾਧ ਸੰਗਤ ਬਰਸੀਆਂ ਮਨਾਈਆਂ ਜਾਂਦੀਆਂ ਨੇ। ਤੇ ਇਹ ਮਨਾਈਆਂ ਜਾਂਦੀਆਂ ਜਦੋਂ ਬੇਗੋਵਾਲ ਦੇ ਵਿੱਚ ਆਏ ਨਾ ਜੀ, ਤੇ ਉਸ ਵੇਲੇ ਕਹਿੰਦੇ ਪਏ ਬੜੀ ਕਲਰ ਵਾਲੀ ਜਗ੍ਹਾ ਸੀ, ਸਲਾਬੇ ਵਾਲੀ ਜਗ੍ਹਾ ਸੀ, ਜਿੱਥੇ ਹੁਣ ਸਥਾਨ ਹੈ ਮੁਰਾਲੇ ਦਾ ਨੇ ਜੀ। ਤੇ ਪਧਾਸਾਂ ਵਾਲਿਆਂ ਤੇ ਇੱਕ ਦਿਨ ਰੋਕ ਕੇ ਬੇਨਤੀ ਕਰ ਹੀ ਦਿੱਤੀ, ਮਹਾਰਾਜ ਜੀ ਕਿਤੇ ਹੋਰ ਜਗ੍ਹਾ ਮਿਲਦੀ ਤੇ ਚਲੇ ਜਾਈਏ। ਤੇ ਉਸ ਵੇਲੇ ਮਹਾਂਪੁਰਖ ਕਹਿਣ ਲੱਗੇ ਵੀ ਆਹ ਜਗ੍ਹਾ ਚੰਡੀਗੜ੍ਹ ਤੋਂ ਵੀ ਮਹਿੰਗੀ ਵਿਕੇਗੀ, ਇਸ ਧਰਤੀ ਨੂੰ ਮਹਾਰਾਜ ਭਾਗ ਲਾਵੇਗਾ, ਤੁਸੀਂ ਕਿਤੇ ਨਹੀਂ ਜਾਣਾ। ਤੇ ਅੱਜ ਦੇਖੋ ਜਿਹੜਾ ਬੇਗੋਵਾਲ ਦੇ ਵਿੱਚ ਨਾ 5-5, 7-7, 10-10 ਲੱਖ ਨੂੰ ਮਰਲਾ ਹੈ ਬੇਗੋਵਾਲ ਦੇ। ਬੇਗੋਵਾਲ ਇੱਕ ਐਸਾ ਉਹ ਕਸਬਾ ਹੈ ਜਿਹਦੇ ਵਿੱਚ 24 ਬੈਂਕਾਂ ਨੇ ਸਾਧ ਸੰਗਤ, 24 ਬੈਂਕ ਨੇ ਬੇਗੋਵਾਲ ਦੇ ਵਿੱਚ। ਤੁਸੀਂ ਅੰਦਾਜ਼ਾ ਲਗਾਓ ਪਏ, ਇਹ ਤੁਸੀਂ ਜੇ ਇਹੋ ਹੀ ਆਈਡੀਆ ਲਾਓ ਪਿਆ ਹੈਂਡਜਵਰਥ ਜਾਂ ਦੂਸਰਾ ਏਰੀਆ ਇੰਨਾ ਕੁ ਮਿਲਾ ਕੇ ਬੇਗੋਵਾਲ ਹੋਣਾ, ਪਰ ਬੈਂਕਾਂ ਇੰਨੀਆਂ ਨੇ ਪੇ ਪੈਸੇ ਦੀ ਸਭ ਤੋਂ ਜ਼ਿਆਦਾ ਆਉਣ ਜਾਣ ਦੀ ਜਿਹੜੀ ਮਾਇਆ ਨਾ ਜੀ, ਉੱਥੇ ਲੈਣ ਦੇਣ ਹੁੰਦਾ। ਤੇ ਉੱਥੇ ਸਾਧ ਸੰਗਤ ਜੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ, ਇੱਕ ਗਰਜਾ ਸਿੰਘ ਸੀ ਰਾਜਪੂਤ, ਉਹਨੇ ਆਪਣੇ ਭੇਜੇ ਬੰਦੇ ਪੇ ਬਾਬੇ ਨੂੰ ਕਹੋ ਪੇ ਆਪਣਾ ਡੇਰਾ ਡੁੰਡੀ ਚੁੱਕੇ ਤੇ ਇੱਥੋਂ ਚਲੇ ਜਾਵੇ। ਇਹ ਕਿੱਥੇ ਆ ਕੇ ਬਾਬਾ ਬੈਠ ਗਿਆ। ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਗਰਜਾ ਸਿੰਘ ਨੂੰ, ਰਾਜਪੂਤ ਨੂੰ ਕਹਿਣ ਲੱਗੇ ਪੇ ਆਪਾਂ ਲੜਦੇ ਚੰਗੇ ਨਹੀਂ ਲੱਗਦੇ, ਗੁਰੂ ਦੇ ਸਿੱਖ ਹਾਂ।
ਤੇ ਉਹਨੇ ਸੁਨਾਹ ਭੇਜ ਦਿੱਤਾ, ਕਹਿਣ ਲੱਗਾ ਵੀ ਜੇ ਚੰਗੀ ਤਰ੍ਹਾਂ ਇਸ ਤਰ੍ਹਾਂ ਹੀ ਚਲੇ ਜਾਵੋ ਭਲਮਾਨਸੀ ਨਾਲ ਤੇ ਚੰਗੀ ਗੱਲ ਹੈ, ਨਹੀਂ ਤਾਂ ਕੱਲ੍ਹ ਨੂੰ ਤੁਹਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਵੀ ਲੁੱਟਾਂਗੇ। ਤੇ ਜਦੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਨੂੰ ਇਹ ਗੱਲ ਆ ਕੇ ਕਹੀ ਨਾ ਜੀ, ਵੀ ਸਾਡਾ ਗਰਚਾ ਸਿੰਘ ਰਾਜਪੂਤ ਕਹਿੰਦਾ ਵੀ ਨਹੀਂ ਤੇ ਤੁਹਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਵੀ ਲੁੱਟਾਂਗੇ, ਨਹੀਂ ਤੇ ਇੱਥੋਂ ਉੱਠ ਕੇ ਬੇਗੋਵਾਲ ਛੱਡ ਕੇ ਚਲੇ ਜਾਵੋ। ਕਹਿੰਦੇ ਨੇ ਸੰਤ ਸਿਪਾਹੀ ਬਣ ਗਿਆ, ਬਾਬਾ ਜੋਸ਼ ਦੇ ਵਿੱਚ ਆ ਗਿਆ। ਮਿਆਨ ਧੂਲੀ ਤੇ ਜਿਹੜੇ ਗਰਚਾ ਸਿੰਘ ਦੇ ਬੰਦੇ ਆਏ ਸਨ 4-5 ਤੇ ਝਟਕਾ ਦਿੱਤੇ ਹੋ ਸੀ, ਤੇ ਬਾਕੀਆਂ ਨੇ ਭੱਜ ਕੇ ਜਾਨ ਛਡਾਈ, ਕਹਿਣ ਲੱਗੇ ਬਾਬਾ ਜੀ ਅਸੀਂ ਮੁੜ ਕੇ ਨਹੀਂ ਕਹਿੰਦੇ। ਤੇ ਸਾਧ ਸੰਗਤ ਜੀ ਐਵੇਂ ਥੋੜ੍ਹਾ ਮੀਰੀ ਤੇ ਪੀਰੀ, ਭਗਤੀ ਤੇ ਸ਼ਕਤੀ। ਬਾਬਾ ਗਰਜਿਆ ਉਸ ਵੇਲੇ, ਤੇ ਫਿਰ ਉਸ ਵੇਲੇ ਸਾਧ ਸੰਗਤ ਜੀ ਆ ਬੇਗੋਵਾਲ ਦਾ ਜਿਹੜਾ ਇਲਾਕਾ ਹੈ ਇਹਦੇ ਵਿੱਚ ਸਕੂਲ, ਪਟਨੂਰੇ ਦੇ ਵਿੱਚ ਸਕੂਲ, ਬੇਗੋਵਾਲ ਦੇ ਵਿੱਚ ਸਕੂਲ, ਨੰਗਲ ਲੁਬਾਣੇ ਦੇ ਵਿੱਚ ਸਕੂਲ, ਤੇ ਆ ਮਕੇਰੀਆਂ, ਦਸੂਹਾ, ਟਾਂਡਾ, ਭੁਲੱਥ, ਆ ਰਾਮਗੜ੍ਹ ਦਾ ਏਰੀਆ ਸਾਰਾ, ਕਰਤਾਰਪੁਰ ਤੋਂ ਲੈ ਲਓ ਤੇ ਇੱਧਰ ਸਾਧ ਸੰਗਤ ਜੀ ਆ ਬੇਗੋਵਾਲ, ਭੁਲੱਥ, ਮਕੇਰੀਆਂ, ਦਸੂਹਾ, ਟਾਂਡਾ, ਤੇ ਇਹ ਸਾਰੇ ਪਿੰਡ ਜਿਹੜੇ, ਮੈਂ ਪ੍ਰੇਮਪੁਰ ਦਾ ਵੀ ਨਾਂ ਲੈਣਾ, ਜੇ ਇਹ ਨਾਂ ਨਾ ਲਿਆ ਤੇ ਸਾਡੇ ਵੀਰ ਜੀ ਨਾਰਾਜ਼ ਹੋ ਜਾਣੇ ਵੀ ਸਾਡੇ ਪਿੰਡ ਦਾ ਨਾਮ ਨਹੀਂ ਲਿਆ। ਇਹਨਾਂ ਸਾਰਿਆਂ ਪਿੰਡਾਂ ਤੇ ਡੱਡੀਆਂ ਪਿੰਡ ਤੇ ਬਹੁਤ ਮਹਾਰਾਜ ਦੀ ਬਖਸ਼ਿਸ਼ ਹੈ। ਇਹ ਮਹਾਂਪੁਰਖਾਂ ਦੇ ਪਰ ਉਪਕਾਰ ਨੇ ਜਿਹੜੇ ਉਹਨਾਂ ਨੇ ਜ਼ਿੰਦਗੀ ਭਰ ਦੇ ਵਿੱਚ ਕੀਤੇ। ਤੇ ਸਾਧ ਸੰਗਤ ਜੀ ਇਹ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਦੋਂ ਬੇਗੋਵਾਲ ਦੇ ਵਿੱਚ ਆਏ ਤਾਂ ਉਸ ਵੇਲੇ ਬਾਬਾ ਚਰਨਜੀਤ ਸਿੰਘ ਸਨ, ਬੀਬੀ ਜਗੀਰ ਕੌਰ ਦੇ ਪਤੀ। ਤੇ ਉਹ ਕਹਿਣ ਲੱਗੇ ਵੀ ਆ ਜਿਹੜੇ ਪਲੰਗ ਤੇ ਕਦੀ ਸੰਤ ਬਾਬਾ ਪ੍ਰੇਮ ਸਿੰਘ ਜੀ ਬੈਠ ਕੇ ਸਿੱਖੀ ਦਾ ਪ੍ਰਚਾਰ ਕਰਿਆ ਕਰਦੇ ਸਨ, ਮਹਾਂਪੁਰਖੋ ਤੁਸੀਂ ਇਸ ਪਲੰਗ ਤੇ ਬੈਠੋ ਤੇ ਇੱਥੇ ਬੈਠ ਕੇ ਸਾਨੂੰ ਕੋਈ ਸਿੱਖਿਆ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਹਿਣ ਲੱਗੇ ਨਾ ਭਾਈ, ਅਸੀਂ ਇਸ ਪਲੰਗ ਤੇ ਬੈਠਣ ਦੀ ਪਾਇਆ ਨਹੀਂ ਰੱਖਦੇ, ਕਾਇਆ ਨਹੀਂ ਰੱਖਦੇ। ਇਹ ਉਹਨਾਂ ਦੀ ਨਿਮਰਤਾ ਕਹਿ ਲਓ, ਦਲੇਰੀ ਕਹਿ ਲਓ, ਵਿਸ਼ਾਲ ਦਿਲੀ ਕਹਿ ਲਓ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਪੁੱਛਿਆ ਕਿਉਂ? ਕਹਿਣ ਲੱਗੇ ਸਾਡੇ ਕੋਲ 1 ਟਕਸਾਲ ਦੀ ਸੇਵਾ ਹੈ। ਸੰਤ ਬਾਬਾ ਪ੍ਰੇਮ ਸਿੰਘ ਜੀ ਉਹ ਸ਼ਖਸੀਅਤ ਹੋਏ ਨੇ ਜਿਨ੍ਹਾਂ ਤੇ 2 ਟਕਸਾਲਾਂ ਦੀ ਬਖਸ਼ਿਸ਼ ਸੀ, ਬਾਬਾ ਦੀਪ ਸਿੰਘ ਵਾਲੀ ਟਕਸਾਲ ਦੀ ਵੀ ਤੇ ਭਾਈ ਮਨੀ ਸਿੰਘ ਵਾਲੀ ਟਕਸਾਲ ਦੀ, ਦੋਨਾਂ ਟਕਸਾਲਾਂ ਦੀ ਬਖਸ਼ਿਸ਼ ਸੀ ਜਿਨ੍ਹਾਂ ਤੇ। ਤੇ ਸਾਧ ਸੰਗਤ ਜੀ ਉਹ ਦਿਨ 2 ਜੂਨ 1950 ਦਾ ਦਿਨ ਜਦੋਂ ਉਹਨਾਂ ਨੇ ਸਦੀਵੀ ਵਿਛੋੜਾ ਦਿੱਤਾ, ਤੇ ਉਹ ਦਿਨ ਸਾਧ ਸੰਗਤ ਜੀ ਸੰਗਤਾਂ ਬੇਬਲ ਹੋਈਆਂ। ਉਸ ਵੇਲੇ ਦਾ ਮੁੱਖ ਮੰਤਰੀ ਪੰਜਾਬ ਦਾ, ਉਸ ਵੇਲੇ ਦਾ ਸ੍ਰੀ ਅਕਾਲ ਤਖਤ ਸਾਹਿਬ, ਬਹੁਤ ਜੀਵਨ ਬਾਕੀ ਰਹਿ ਜਾਣਾ ਜੀ ਜਿਹੜਾ ਮੈਂ ਦੱਸ ਨਹੀਂ ਸਕਦਾ। ਪੇ 2 ਵਾਰੀ MLA ਬਣੇ ਤੇ ਜਿਹੜੇ ਵੀ ਸਰ ਬੜੇ ਵੱਡੇ ਫਰਕ ਦੇ ਨਾਲ ਹਰਾਇਆ। ਕਹਿੰਦੇ ਸਨ ਭਾਵੇਂ ਵੋਟ ਗਿਣ ਲਓ ਤੇ ਭਾਵੇਂ ਨੋਟ ਗਿਣ ਲਓ, ਜਿਹੜਾ ਵੀ ਵੋਟ ਪਾਉਂਦਾ ਸੀ ਨਾਲ 1-1 ਨੋਟ ਵੀ ਪਾਈ ਜਾਂਦਾ ਸੀ। ਸੰਤ ਬਾਬਾ ਪ੍ਰੇਮ ਸਿੰਘ ਦੇ ਡੱਬੇ ਦੇ ਵਿੱਚ ਨਾ ਵੋਟ ਵੀ ਪਾਣੀ ਤੇ ਨੋਟ ਵੀ ਪਾਣਾ, ਪਤਾ ਸੀ ਪੇ ਮਾਇਆ ਸਫਲੀ ਹੋਣੀ। ਅੰਮ੍ਰਿਤ ਸੰਚਾਰ ਕੀਤੇ, ਦਹੇਜ ਦੀ ਪ੍ਰਥਾ ਜਿਹੜੀ ਹੈ ਉਹਨੂੰ ਖਤਮ ਕੀਤਾ ਵੀ ਤੁਸੀਂ ਬੱਚੀਆਂ ਨੂੰ ਜਦੋਂ ਵਿਆਹਣਾ ਸਾਦੇ ਢੰਗ ਦੇ ਨਾਲ ਵਿਆਹੋ। ਮੀਟ ਸ਼ਰਾਬ ਜਿਹੜੇ ਸਨ ਉਹ ਮਨਾ ਕੀਤੇ। ਤੇ ਜੇ ਅੱਜ ਸੰਤ ਬਾਬਾ ਪ੍ਰੇਮ ਸਿੰਘ ਜੀ ਆ ਕੇ ਦੇਖਣ ਬੇਗੋਵਾਲ ਦੇ ਏਰੀਏ ਦੇ ਵਿੱਚ ਪਏ, ਜਿਹੜੀ ਸਾਰੀ ਜ਼ਿੰਦਗੀ ਮੈਂ ਇੱਥੇ ਲਗਾ ਦਿੱਤੀ, ਜਿੰਨਾ ਦਾਜ ਬੇਗੋਵਾਲ ਦੇ ਏਰੀਏ ਵਿੱਚ ਆ ਦੁਆਬੇ ਦੇ ਵਿੱਚ ਉਸ ਏਰੀਏ ਦੇ ਵਿੱਚ ਦਿੱਤਾ ਜਾਂਦਾ, ਸ਼ਾਇਦ ਹੀ ਵਰਲਡ 'ਚ ਦਿੱਤਾ ਜਾਂਦਾ ਹੋਵੇ। ਜਿੰਨਾ ਮੀਟ ਸ਼ਰਾਬ ਉਸ ਏਰੀਏ ਦੇ ਵਿੱਚ ਚੱਲਦਾ ਵਿਆਹਾਂ ਸ਼ਾਦੀਆਂ ਦੇ ਵਿੱਚ, ਸ਼ਾਇਦ ਹੀ ਕਿਸੇ ਏਰੀਏ ਦੇ ਵਿੱਚ ਹੋਵੇ। ਇਸ ਕਰਕੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਯਾਦ ਮਨਾਉਣ ਵਾਲਿਓ, ਕੇਵਲ ਯਾਦਾਂ ਨਾ ਮਨਾਓ, ਜਿਨ ਕੇ ਦਿਨ ਮਨਾਤੇ ਹੋ ਉਨ ਕੀ ਬਾਤ ਵੀ ਮਾਨੋ। ਜਿਨ੍ਹਾਂ ਦੇ ਦਿਨ ਮਨਾਉਂਦੇ ਹੋ ਉਹਨਾਂ ਦੇ ਸਿੱਖਿਆ 'ਤੇ ਵੀ ਚੱਲੋ। ਮੈਂ ਕਹਿ ਕੇ ਸਮਾਪਤੀ ਕਰਨ ਲੱਗਾ, ਕਰਮੋਨਾ ਸਾਹਿਬ ਜੀ ਜਿਹੜੇ ਗੁਰਗੱਦੀ ਸੀ ਨਾ, ਜਿਹੜੀ ਡੇਰੇ ਦੀ ਸੇਵਾ ਸੀ, ਉਹ ਬਾਬਾ ਹਰਨਾਮ ਸਿੰਘ ਨੂੰ ਨਹੀਂ ਸੀ ਦਿੱਤੀ ਮਹਾਂਪੁਰਖਾਂ ਨੇ। ਇਹ ਧੱਕੇ ਦੇ ਨਾਲ ਸੇਵਾ ਲਈ ਗਈ ਸੀ। ਸ਼ਾਇਦ ਜੇ ਸਹੀ ਜਗ੍ਹਾ ਸਹੀ ਢੰਗ ਦੇ ਨਾਲ ਇਹਨਾਂ ਦੇ ਅੱਗੇ ਡੇਰੇ ਦਾ ਸੰਚਾਲਨ ਹੁੰਦਾ ਤੇ ਅੱਜ ਬੇਗੋਵਾਲ ਦੇ ਵਿੱਚ ਕੋਈ ਬਹੁਤ ਵੱਡਾ ਵਿਦਿਆਲਾ ਹੋਣਾ ਚਾਹੀਦਾ ਸੀ, ਬਹੁਤ ਵੱਡੀ ਯੂਨੀਵਰਸਿਟੀ ਹੋਣੀ ਚਾਹੀਦੀ ਸੀ, ਕੋਈ ਬਹੁਤ ਵੱਡਾ ਹਸਪਤਾਲ ਮਹਾਂਪੁਰਖਾਂ ਦੇ ਨਾਮ 'ਤੇ ਚਾਹੀਦਾ ਸੀ। ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਉਸ ਮਹਾਨ ਸ਼ਖਸੀਅਤ ਦੇ ਪਰ ਉਪਕਾਰ ਉਹਨਾਂ ਨੂੰ ਅਸੀਂ ਸੰਭਾਲ ਨਹੀਂ ਸਕੇ, ਉਹਨਾਂ ਦੀ ਲੀਹ 'ਤੇ ਅੱਜ ਅਸੀਂ ਚੱਲ ਨਹੀਂ ਸਕੇ। ਮੈਂ ਆਪਣੀ ਸੰਗਤ ਨੂੰ ਬੇਨਤੀ ਕਰਾਂਗਾ ਭਾਈ ਵੀ ਠੀਕ ਹੈ ਬਰਸੀਆਂ ਮਨਾਓ, ਸ਼ਰਧਾ ਨਾਲ ਮਨਾਓ, ਪਰ ਕੁਝ ਮਾਇਆ ਇਸ ਪਾਸੇ ਲੰਗਰਾਂ ਦੇ ਵਿੱਚ ਨਾ ਲਾਓ, ਕੁਝ ਮਾਇਆ ਇਸ ਪਾਸੇ ਵੱਲ ਲਾਓ ਕਿ ਉਹਨਾਂ ਦੀ ਕੋਈ ਬਹੁਤ ਵੱਡੀ ਯਾਦਦਾਸ਼ਤ ਬਣਾਓ, ਜਿੱਥੋਂ ਕੋਈ ਡਾਕਟਰ ਬਣਨ,
ਇੰਜੀਨੀਅਰਿੰਗ ਬਣਨ, ਜਿੱਥੋਂ ਕੋਈ ਗਰੀਬ ਦਾ ਇਲਾਜ ਹੋ ਸਕੇ। ਕਿਉਂ ਸਾਨੂੰ ਜਾਣਾ ਪਵੇ ਬਿਆਸਾ ਵੱਲ ਜਾਂ ਹੋਰ ਪਾਸੇ ਇਲਾਜ ਕਰਵਾਉਣ ਵਾਲੇ, ਉਹਨਾਂ ਦੇ ਹਸਪਤਾਲਾਂ 'ਚ ਕਿਉਂ ਜਾਣਾ ਪਵੇ? ਕੋਈ ਐਸਾ ਹਸਪਤਾਲ ਬਣਾਓ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਨਾਮ 'ਤੇ, ਕੋਈ ਐਸਾ ਵਿਦਿਆਲਾ ਬਣਾਓ। ਸੋ ਸਾਧ ਸੰਗਤ ਜੀ, ਇੱਥੇ ਹੀ ਮੈਂ ਖਿਮਾ ਚਾਹਾਂਗਾ। ਅਕਾਲ ਚੈਨਲ ਸਰਦਾਰ ਅਮਰੀਕ ਸਿੰਘ ਜੀ ਕੂਨਰ, ਸਾਡੇ ਵੀਰ ਜੀ, ਸਾਰਾ ਸਟਾਫ ਅਤੇ ਸਾਰੀਆਂ ਸੰਗਤਾਂ, ਵੀਰ ਮੈਂ ਪਰਮਜੀਤ ਸਿੰਘ ਜੀ ਕਰਮੋਨਾ ਜੀ ਨੂੰ ਬੇਨਤੀ ਕੀਤੀ ਪਈ ਅਕਾਲ ਚੈਨਲ 'ਤੇ ਬਰਸੀ ਦਾ ਪ੍ਰੋਗਰਾਮ ਕਹਿਣ ਲੱਗੇ ਵੀਰ ਜੀ ਅਸੀਂ ਨਾਲ ਹਾਂ। ਵੀਰ ਮੱਖਣ ਸਿੰਘ ਜੀ ਸਾਡੇ ਸਟੇਟ ਸੈਕਟਰੀ, ਇਹਨਾਂ ਨੂੰ ਇਹ ਕਹਿਣ ਲੱਗੇ ਵੀ ਤੁਸੀਂ ਲਿਖੋ ਪ੍ਰੋਗਰਾਮ, ਵੀ ਲੋਕਡਾਊਨ ਹੈ ਅਤੇ ਸਾਰੇ ਵਰਲਡ ਭਰ ਵਿੱਚ ਮਨਾਇਆ ਜਾਵੇ। ਬਾਕੀ ਵੀ ਜਿਨ੍ਹਾਂ ਸੰਗਤਾਂ ਨੂੰ ਕਿਹਾ, ਇਹ ਹੋਲੈਂਡ ਤੋਂ ਸਾਡੇ ਵੀਰ ਸਤਨਾਮ ਸਿੰਘ ਜੀ ਜਿਹੜੇ ਕਿ ਬਾਪੂ ਕਰਮ ਸਿੰਘ ਜੀ ਦੇ ਬੇਟੇ ਨੇ, ਉਹਨਾਂ ਨੇ ਸੇਵਾ ਭੇਜੀ ਹੈ ਜੀ 500 ਪਾਉਂਡ ਇਸ ਸਮਾਗਮ ਵਾਸਤੇ, ਅਤੇ 500 ਪਾਉਂਡ ਉਹਨਾਂ ਨੇ ਭੇਜਿਆ ਹੈ ਇਹ ਬੱਚਿਆਂ ਦੇ ਕੀਰਤਨ ਦਰਬਾਰ ਜੁਲਾਈ ਵਾਸਤੇ। 1000 ਪਾਉਂਡ ਉਹਨਾਂ ਨੇ ਟੋਟਲ ਭੇਜਿਆ, ਅਤੇ 500 ਪਾਉਂਡ ਦੀ ਸੇਵਾ ਸਰਦਾਰ ਦਲੀਪ ਸਿੰਘ ਜੀ ਪੱਪੂ ਜਿਨ੍ਹਾਂ ਨੇ ਪਹਿਲਾਂ ਬਰਸੀ ਮਨਾਉਣੀ ਸ਼ੁਰੂ ਕੀਤੀ ਉਹਨਾਂ ਨੇ। ਬਾਕੀ ਮੈਂ ਵੀਰ ਜੀ ਨੂੰ ਕਿਹਾ ਵੀ ਆਪਾਂ ਗੁਰਾਈ ਨਹੀਂ ਕਰਨੀ, ਸੇਵਾ ਨਹੀਂ ਇਕੱਠੀ ਕਰਨੀ ਕਿਸੇ ਕੋਲੋਂ। ਜਿਹੜੇ ਵੀਰ ਅਸੀਂ 5-7 ਇਕੱਠੇ ਹੋ ਕੇ ਨਾ 100-100 ਪਾਉਂਡ ਅਸੀਂ ਆਪਣੇ ਕੋਲੋਂ ਪਾ ਕੇ ਅਸੀਂ ਕਿਹਾ ਵੀ ਚੈਨਲ ਦਾ ਖਰਚਾ ਅਤੇ ਕੁਝ ਰਾਗੀਆਂ ਦਾ ਜਿਹੜਾ ਸਤਿਕਾਰ ਕਰਨਾ। ਕਿਸੇ ਕੋਲੋਂ ਕੋਈ ਕਿਸਮ ਦੀ ਗੁਰਾਈ ਨਹੀਂ ਕੀਤੀ ਗਈ, ਕਿਸੇ ਨੂੰ ਨਹੀਂ ਕਿਹਾ ਗਿਆ ਵੀ ਤੁਸੀਂ ਗੁਰਾਈ ਦੇਵੋ, ਸੇਵਾ 'ਚ ਹਿੱਸਾ ਪਾਓ। MK ਬਿਲਡਰ ਵਾਲੇ ਉਹਨਾਂ ਨੇ 100 ਪਾਉਂਡ, ਵੀਰ ਮੱਖਣ ਸਿੰਘ ਜੀ ਅਤੇ ਪਰਮਜੀਤ ਸਿੰਘ, ਜਿੰਨਾ ਕੁ ਸਾਡਾ ਖਰਚਾ ਸੀ ਚੈਨਲ ਦਾ ਜਿਹੜਾ ਅਤੇ ਹੋਰ ਖਰਚਾ ਉਨਾ ਕੁ ਅਸੀਂ ਕਿਹਾ। ਅਤੇ ਮਾਤਾ ਪ੍ਰਸੰਨੀ ਕੌਰ ਜੀ ਵੀ ਸਾਡੇ ਵੀ ਸੇਵਾ ਪਾ ਗਏ ਨੇ, ਕੋਲ ਬੈਠੇ ਨੇ, ਅਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਆਓ ਜੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ